ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਜੀਕੇ ਅਕੈਡਮੀ ਪੰਜਾਬ ਦੇ ਵਿੱਚ। ਅੱਜ ਦੋਸਤੋ ਆਪਾਂ ਤੁਹਾਡੇ ਲਈ ਜੋ ਆਪਣੀ ਕਿ ਜੀਕੇ ਦੀ T20 ਸੀਰੀਜ਼ ਜਿਹਦੇ ਵਿੱਚ ਕਿ ਆਪਾਂ ਜੀਕੇ ਦੇ ਟੌਪ 500 MCQ ਕਰ ਰਹੇ ਹਾਂ, ਜਿਹਦੇ ਵਿੱਚ ਕਿ ਆਪਾਂ ਜ਼ਿਆਦਾ ਫੋਕਸ ਕਰ ਰਹੇ ਹਾਂ ਪੰਜਾਬ ਜੀਕੇ, ਹਿਸਟਰੀ, ਪੋਲਿਟੀ, ਸਟੈਟਿਕ ਜੀਕੇ, ਇਕਨੋਮਿਕਸ, ਜਿਓਗ੍ਰਾਫੀ। ਇਹ ਸਾਰੇ ਸਬਜੈਕਟ ਜਿੰਨੇ ਵੀ ਸਬਜੈਕਟ ਨੇ ਇਹਨਾਂ ਸਾਰਿਆਂ ਦੇ ਮਿਲਾ ਕੇ ਆਪਾਂ ਟੋਟਲ 500 MCQ ਕਰ ਰਹੇ ਹਾਂ। ਠੀਕ ਹੈ ਜੀ, 2 ਕਲਾਸਾਂ ਆਪਾਂ ਆਲਰੇਡੀ ਕਰ ਚੁੱਕੇ ਹਾਂ, 20 MCQ ਉਹਦੇ ਵਿੱਚ ਆਪਾਂ ਕੀਤੇ ਸੀ ਤੇ ਅੱਜ ਆਪਾਂ ਤੁਹਾਡੇ ਲਈ 3 ਨੰਬਰ ਕਲਾਸ ਲੈ ਕੇ ਆਏ ਹਾਂ। ਤਾਂ ਇਹਦੇ ਵਿੱਚ ਜਸਟ ਇਹ ਨਹੀਂ ਹੋ ਰਿਹਾ ਕਿ ਸਿਰਫ ਆਪਾਂ 500 MCQ ਹੀ ਕਵਰ ਕਰਾਂਗੇ। ਇਹਦੇ ਵਿੱਚ ਆਪਾਂ ਇਸ ਤਰੀਕੇ ਦੇ ਨਾਲ ਐਕਸਪਲੇਨ ਕਰ ਰਹੇ ਹਾਂ ਆਪਸ਼ਨਸ ਨੂੰ, ਜਾਂ ਉਸ ਜਿਹੜਾ ਵੀ ਟੌਪਿਕ ਆਪਾਂ ਫੈਕਟ ਚੱਕਿਆ ਹੋਇਆ ਵਾ ਕੁਐਸਚਨ ਆਪਣਾ, ਉਹਨੂੰ ਇਸ ਤਰੀਕੇ ਦੇ ਨਾਲ ਆਪਾਂ ਐਕਸਪਲੇਨ ਕੀਤਾ ਕਿ ਤੁਹਾਡਾ ਚਾਹੇ ਉਹ ਪੜ੍ਹਿਆ ਹੋਇਆ ਚਾਹੇ ਨਹੀਂ ਪੜ੍ਹਿਆ ਹੋਇਆ, ਚਾਹੇ ਆਪਣਾ ਕਰਾਇਆ ਹੋਇਆ ਚਾਹੇ ਨਹੀਂ ਕਰਾਇਆ ਹੋਇਆ, ਉਹਦੇ ਨਾਲ ਤੁਹਾਡੇ ਐਕਸਟਰਾ ਫੈਕਟ ਇੰਨੇ ਜ਼ਿਆਦਾ ਕਵਰ ਹੋ ਜਾਣਗੇ ਕਿ ਜਦੋਂ ਇਹ 500 MCQ ਦੀ ਸੀਰੀਜ਼ ਖਤਮ ਹੋਏਗੀ ਤਾਂ ਆਰਾਮ ਦੇ ਨਾਲ ਤੁਹਾਡੇ 1500 MCQ ਤੁਹਾਡੇ ਆਰਾਮ ਨਾਲ ਕਵਰ ਹੋ ਜਾਣਗੇ। ਸੋ ਇਹ ਕਲਾਸਾਂ ਨੂੰ ਤੁਸੀਂ ਪੂਰੀ ਧਿਆਨ ਨਾਲ ਦੇਖਣਾ। ਪਰ ਮੈਂ ਬਾਰ-ਬਾਰ ਹਮੇਸ਼ਾ ਤੋਂ ਹੀ ਇਹ ਗੱਲ ਕਹਿੰਦਾ ਆ ਵਾਂ ਕਿ ਇਕੱਲੇ MCQ ਕਰਨ ਦੇ ਨਾਲ ਪੇਪਰ ਦੇ ਵਿੱਚ ਵਧੀਆ ਸਕੋਰ ਨਹੀਂ ਹੋਣਾ। ਜਿੰਨੀਆਂ ਵੀ ਕਲਾਸਾਂ ਆਪਣੀਆਂ ਹੋਈਆਂ ਨੇ ਅਜੇ ਤੱਕ ਜਿਹੜੀਆਂ, ਸਾਰੇ ਦੇ ਸਾਰੇ ਤੁਸੀਂ ਆਰਾਮ ਦੇ ਨਾਲ ਤੁਸੀਂ ਆਪਦੀ ਥਿਊਰੀ ਦੇਖੋ, ਆਰਾਮ ਦੇ ਨਾਲ 2 ਵੀਡੀਓਜ਼ ਦੇਖ ਲਓ ਚਾਹੇ 3 ਦੇਖ ਲਓ। PDF ਆਪਾਂ ਤੁਹਾਨੂੰ ਪ੍ਰੋਵਾਈਡ ਕਰਵਾਈ ਹੋਈ ਆ ਸਾਰੀ ਚੰਗੀ ਤਰ੍ਹਾਂ, ਇਸ ਤਰ੍ਹਾਂ ਨਾਲ ਡਿਟੇਲ ਦੇ ਵਿੱਚ ਚੰਗੀ ਤਰ੍ਹਾਂ ਆਪਾਂ ਕਰਵਾਇਆ ਹੋਇਆ ਕਿ ਪੇਪਰ ਦੇ ਵਿੱਚ ਤੁਹਾਨੂੰ ਡਾਇਰੈਕਟ ਕੁਐਸਚਨ ਉਹਦੇ ਵਿੱਚੋਂ ਕੰਟੈਂਟ ਦੇ ਵਿੱਚੋਂ ਦੇਖਣ ਨੂੰ ਮਿਲਣਗੇ। ਸੋ ਜੀ ਅੱਜ ਆਪਾਂ ਸ਼ੁਰੂ ਕਰਦੇ ਹਾਂ ਜੀ। ਅੱਜ ਹੈਗੀ ਆ ਜੀ ਆਪਣੀ 3 ਨੰਬਰ ਕਲਾਸ। ਠੀਕ ਆ, ਪੰਜਾਬ ਦੇ ਸਾਰੇ ਪੇਪਰਾਂ ਲਈ ਇਹ ਕਲਾਸ ਮਹੱਤਵਪੂਰਨ ਆ। ਚਾਹੇ ਤੁਸੀਂ ਕੋਈ ਵੀ ਪੇਪਰ, ਚਾਹੇ ਆਪਣਾ ਪੰਜਾਬ ਪੁਲਿਸ ਦਾ ਪੇਪਰ ਦੇਣਾ, ਚਾਹੇ PSSB ਦਾ ਦੇਣਾ, ਚਾਹੇ PPSC ਦਾ ਪੇਪਰ ਦੇਣਾ। ਠੀਕ ਹੈ ਜੀ, ਸੋ ਅੱਜ ਸ਼ੁਰੂ ਕਰਦੇ ਹਾਂ ਜੀ ਆਪਾਂ ਆਪਣੀ ਅੱਜ ਦੀ ਕਲਾਸ। ਸੋ ਦੋਸਤੋ, ਬਾਰ-ਬਾਰ ਤੁਹਾਡੇ ਮੈਸੇਜ ਆ ਰਹੇ ਸੀ ਕਿ ਜਿਹੜੇ ਕੁਐਸਚਨ ਦੀ ਗਿਣਤੀ ਆ ਉਹਨੂੰ ਵਧਾ ਦਈਏ, ਤਾਂ ਆਪਾਂ ਉਹ ਕੁਐਸਚਨ ਦੀ ਗਿਣਤੀ ਤੁਹਾਡੇ ਲਈ ਵਧਾਤੀ ਹੋਈ ਆ। ਅੱਜ ਆਪਾਂ 30 MCQ ਲੈ ਕੇ ਆਏਗਾ। ਜਿਵੇਂ ਆਪਾਂ ਨੂੰ ਟਾਈਮ ਲੱਗੀ ਜਾਏਗਾ, ਤਾਂ ਜਿਵੇਂ ਆਪਣੀ ਥਿਊਰੀ ਨਿਬੜੀ ਜਾਏਗੀ, ਆਪਾਂ ਕਿਤੇ 20 MCQ ਕਰ ਲਿਆ ਕਰਾਂਗੇ, ਕਿਤੇ 30 MCQ। ਸ਼ੁਰੂ ਕਰਦੇ ਹਾਂ ਜੀ ਅੱਜ ਦਾ ਆਪਣਾ ਕਲਾਸ ਦਾ ਪਹਿਲਾ ਕੁਐਸਚਨ ਜੀ। 41 ਨੰਬਰ ਕੁਐਸਚਨ ਕਰ ਰਹੇ ਹਾਂ ਜੀ। ਉਹ ਕਹਿੰਦਾ ਜੀ ਇਹਨਾਂ ਦੇ ਵਿੱਚੋਂ ਕਿਹੜੀ ਸ਼ਖਸੀਅਤ ਆ ਜਿਹਨੂੰ ਭਾਰਤ ਰਤਨ ਅਵਾਰਡ ਦਿੱਤਾ ਗਿਆ ਸੀ ਮਰਨ ਉਪਰੰਤ ਪੁੱਛਿਆ। ਜਿਹੜੇ ਪਹਿਲੀ ਸ਼ਖਸੀਅਤ ਕਿਹੜੀ ਆ? ਠੀਕ ਹੈ ਜੀ, ਪਹਿਲੀ ਆ ਫਸਟ ਪਰਸਨੈਲਿਟੀ ਹੋਣਾ ਚਾਹੀਦਾ ਸੀ ਇਹ 'ਚ। ਪਹਿਲੀ ਫਸਟ ਪਰਸਨੈਲਿਟੀ ਜੀ BC ਰॉय ਆ, ਲਾਲ ਬਹਾਦੁਰ ਸ਼ਾਸਤਰੀ ਆ, PD ਟੰਡਨ ਆ, ਜਾਂ ਰਾਜਿੰਦਰ ਪ੍ਰਸਾਦ ਆ। ਸੋ ਇਹਨਾਂ ਦਾ ਜਸਟ ਇਹੀ ਦੱਸਣਾ ਵਾ ਤੁਸੀਂ ਕਿ ਮਰਨ ਉਪਰੰਤ ਇਹਨਾਂ ਨੂੰ ਕਿਹਨੂੰ ਦਿੱਤਾ ਗਿਆ ਭਾਰਤ ਰਤਨ। ਸੋ ਆਪਦੇ ਦਿਮਾਗ ਦੇ ਵਿੱਚ ਇਹ ਚੀਜ਼ ਤੁਸੀਂ ਸੋਚ ਲੈਣੀ ਆ। ਤਾਂ ਆਪਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਤੁਹਾਨੂੰ ਨਾਲ ਦੀ ਨਾਲ ਹੀ ਆਨਸਰ ਦੱਸ ਦੇਣਾ ਮੈਂ ਜੀ। ਲਾਲ ਬਹਾਦੁਰ ਸ਼ਾਸਤਰੀ ਨੇ ਜਿਨ੍ਹਾਂ ਨੂੰ ਕਿ ਮਰਨ ਉਪਰੰਤ ਭਾਰਤ ਰਤਨ ਦਿੱਤਾ ਗਿਆ ਸੀ। ਆ 4 ਆਪਸ਼ਨਸ ਦੇ ਵਿੱਚੋਂ। ਹੁਣ ਜੇਕਰ ਤੁਹਾਨੂੰ ਪੇਪਰ ਦੇ ਵਿੱਚ ਇਹ ਤਾਂ ਨਾਰਮਲ ਕੁਐਸਚਨ ਹੋ ਗਿਆ ਸਿੱਧਾ। ਹੁਣ ਕਈ ਵਾਰ ਪੇਪਰ 'ਚ ਆਉਂਦਾ ਕਿ ਜਿਹੜਾ ਇਹ ਹੁੰਦਾ ਕੀ ਆ ਭਾਰਤ ਰਤਨ ਅਵਾਰਡ ਆ ਨਾ, ਜਿਹੜਾ ਇਹ ਹੈਗਾ ਜੀ ਆਪਣਾ ਹਾਈਐਸਟ ਸਿਵਿਲੀਅਨ ਅਵਾਰਡ ਆ। ਹਾਈਐਸਟ ਸਿਵਿਲੀਅਨ ਅਵਾਰਡ ਆ। ਪਹਿਲੀ ਚੀਜ਼ ਇਹ ਤੁਹਾਨੂੰ ਯਾਦ ਹੋਣੀ ਚਾਹੀਦੀ ਆ। 1954 ਦੇ ਵਿੱਚ ਇੰਸਟੀਟਿਊਟ ਕੀਤਾ ਸੀ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਸਭ ਤੋਂ ਪਹਿਲੀ ਵਾਰ, ਠੀਕ ਆ ਜੀ, ਮੈਕਸਿਮਮ ਇਹ 3 ਪਰਸਨਸ ਨੂੰ ਦਿੱਤਾ ਜਾ ਸਕਦਾ ਵਾ। ਸਭ ਤੋਂ ਪਹਿਲੀ ਵਾਰ ਦਿੱਤਾ ਸੀ ਜੀ C ਗੋਪਾਲਚਾਰੀਆ। ਠੀਕ ਆ ਜੀ, 1954 ਦੇ ਵਿੱਚ ਦਿੱਤਾ ਸੀ। ਠੀਕ ਆ ਜੀ, C ਗੋਪਾਲਚਾਰੀਆ 3 ਜਣਿਆਂ ਨੂੰ ਮਿਲਿਆ ਸੀ। ਡਾਕਟਰ S ਰਾਧਾ ਕ੍ਰਿਸ਼ਨਨ ਨੂੰ ਮਿਲਿਆ ਸੀ ਤੇ ਡਾਕਟਰ CV ਰਮਨ ਨੂੰ ਮਿਲਿਆ ਸੀ। ਇਹਨਾਂ ਤਿੰਨਾਂ ਨੂੰ ਮਿਲਿਆ ਸੀ। ਪੇਪਰ ਦੇ ਵਿੱਚ ਬਹੁਤ ਵਾਰ ਇਹ ਕੁਐਸਚਨ ਘੁੰਮ ਚੁੱਕਿਆ ਵਾ। ਸੋ ਇਹ ਚੀਜ਼ ਤੁਹਾਨੂੰ ਯਾਦ ਹੋਣੀ ਚਾਹੀਦੀ ਆ। ਬਾਕੀ ਆਪਣੀ ਅਗਲੀ ਕਲਾਸ ਮੈਂ ਤੁਹਾਨੂੰ ਦੱਸਾਂਗਾ ਕਿ ਸਟੈਟਿਕ ਜੀਕੇ ਦੀ ਅਵਾਰਡ ਐਂਡ ਆਨਰ ਦੇ ਵਿੱਚ ਹੀ ਆ, ਜਿਹਦੇ ਵਿੱਚ ਕਿ ਆਪਾਂ ਨੋਬਲ ਪ੍ਰਾਈਜ਼ ਹੋ ਗਿਆ, ਚਾਹੇ ਆਪਣਾ ਸਪੋਰਟਸ ਨਾਲ ਰਿਲੇਟਡ ਤਾਂ ਆਪਾਂ ਪ੍ਰਾਈਜ਼ ਕਰ ਲਏ ਹੋਏ ਆ, ਚਾਹੇ ਆਪਣੇ ਭਾਰਤ ਰਤਨ ਹੋ ਗਿਆ, ਕੋਈ ਵੀ ਅਵਾਰਡ ਆ, ਚਾਹੇ ਅਰਜੁਨ ਅਵਾਰਡ ਆ, ਸਾਰੇ ਆਪਾਂ ਡਿਟੇਲ ਦੇ ਵਿੱਚ ਕਰਾਂਗੇ। ਪਰ ਫਿਲਹਾਲ ਇਹ ਚੀਜ਼ਾਂ ਯਾਦ ਕਰਨੀਆਂ ਤੁਹਾਡੇ ਲਈ ਜ਼ਰੂਰੀ ਨੇ। ਇਹ ਚੀਜ਼ਾਂ ਯਾਦ ਕਰੋ, ਇੱਕ ਕਾਪੀ ਪੈਨ ਕੋਲੇ ਰੱਖੋ, ਇਹ ਚੀਜ਼ਾਂ ਐਕਸਟਰਾ ਫੈਕਟ ਜ਼ਰੂਰ ਨੋਟ ਕਰੋ। ਠੀਕ ਹੈ ਜੀ, 1954 ਦੇ ਵਿੱਚ ਮਿਲਦਾ। ਜ਼ਿਆਦਾ ਤੋਂ ਜ਼ਿਆਦਾ ਇਹ 3 ਆਪਣੇ ਪਰਸਨਸ ਨੂੰ ਦਿੱਤਾ ਜਾ ਸਕਦਾ। 1999 ਚ ਕੀ ਹੋਇਆ ਸੀ, ਇਹ 4 ਪਰਸਨਸ ਨੂੰ ਦਿੱਤਾ ਸੀਗਾ। ਠੀਕ ਆ, 1999 ਦੇ ਵਿੱਚ ਸਿਰਫ ਇੱਕ ਵਾਰੀ ਇਹ 4 ਪਰਸਨਸ ਨੂੰ ਦਿੱਤਾ ਗਿਆ ਵਾ। ਹੁਣ ਇਹਦੇ ਵਿੱਚ ਇੱਕ ਹੋਰ ਜਿਹੜਾ ਪੁਆਇੰਟ ਜ਼ਿਆਦਾਤਰ ਪੁੱਛਿਆ ਜਾਂਦਾ, ਫਸਟ ਵੂਮਨ ਕੌਣ ਨੇ? ਫਸਟ ਵੂਮਨ ਜਿਨ੍ਹਾਂ ਨੂੰ ਕਿ ਆਪਾਂ ਕਹਿ ਸਕਦੇ ਹਾਂ ਕਿ ਉਹ ਮਿਲਿਆ ਭਾਰਤ ਰਤਨ ਅਵਾਰਡ ਪ੍ਰਾਪਤ ਹੋਇਆ ਸੀ, ਇੰਦਰਾ ਗਾਂਧੀ ਨੂੰ ਮਿਲਿਆ ਸੀ ਜੀ। ਇੰਦਰਾ ਗਾਂਧੀ ਨੂੰ ਇਹ ਪਹਿਲੀ ਵਾਰ ਅਵਾਰਡ ਮਿਲਿਆ ਸੀ। ਪਹਿਲੇ ਵੂਮਨ ਸੀ ਇਹ। 1971 ਈਸਵੀ 'ਚ ਇਹਨੂੰ ਅਵਾਰਡ ਦਿੱਤਾ ਗਿਆ ਸੀ ਇੰਦਰਾ ਗਾਂਧੀ ਨੂੰ। ਠੀਕ ਆ, ਹੁਣ ਇਹ ਹੋ ਗਿਆ। ਹੁਣ ਨੈਕਸਟ, ਜੇਕਰ ਕਈ ਵਾਰ ਕੁਐਸਚਨ ਪੇਪਰ ਦੇ ਵਿੱਚ ਤੁਹਾਨੂੰ ਕੀ ਪੁੱਛਿਆ ਜਾਂਦਾ ਕਿ ਫਸਟ ਸਪੋਰਟਸਮੈਨ ਕੌਣ ਨੇ ਜਿਨ੍ਹਾਂ ਨੂੰ ਕਿ ਇਹ ਅਵਾਰਡ ਮਿਲਿਆ ਸੀ? ਉਹ ਸੀਗੇ ਜੀ ਸਚਿਨ ਤੰਦੂਲਕਰ ਨੂੰ ਸਭ ਤੋਂ ਪਹਿਲੇ ਸਪੋਰਟਸਮੈਨ ਸੀ ਜਿਨ੍ਹਾਂ ਨੂੰ ਇਹ ਅਵਾਰਡ ਮਿਲਿਆ ਸੀ। ਇਹੀ ਯੰਗੈਸਟ ਪਰਸਨ ਸੀਗੇ। ਜੇਕਰ ਪੇਪਰ 'ਚ ਆਵੇ ਕਿ ਯੰਗੈਸਟ ਪਰਸਨ ਕੌਣ ਨੇ ਜਿਨ੍ਹਾਂ ਨੂੰ ਕਿ ਭਾਰਤ ਰਤਨ ਅਵਾਰਡ ਮਿਲਿਆ ਸੀ, ਇਹ ਵੀ ਸਚਿਨ ਤੰਦੂਲਕਰ ਹੀ ਸੀ। ਤਾਂ ਇਹ ਚੀਜ਼ਾਂ ਹੁੰਦੀਆਂ ਨੇ। ਇਹ ਚੀਜ਼ਾਂ ਨਾ ਜਦੋਂ ਤੁਸੀਂ ਰਿਲੇਟ ਕਰਕੇ ਪੜ੍ਹਨ ਲੱਗ ਗਏ ਇਸੇ ਤਰ੍ਹਾਂ ਦੇ ਨਾਲ, ਤਾਂ ਬਾਰ-ਬਾਰ ਤੁਹਾਨੂੰ ਜ਼ਿਆਦਾ ਚੀਜ਼ਾਂ ਲਈ ਨਾ ਉਹ ਬੁੱਕ ਤੋਂ ਜਾਂ PDF ਤੋਂ ਰਿਵਾਈਜ਼ ਕਰਨ ਦੀ ਵੀ ਜ਼ਰੂਰਤ ਨਹੀਂ ਪੈਣੀ ਪਰ ਇੱਕ ਵਾਰ ਜ਼ਰੂਰ ਲਿਖਣਾ ਪੈਣਾ। ਇੱਕ ਵਾਰ ਤੁਸੀਂ ਆਪਦੇ ਨੋਟਸ ਬਣਾਓ, ਉਹਦੇ ਉੱਤੇ ਲਿਖੋ, ਚਾਹੇ ਕੋਈ ਵੀ PDF ਆ ਤੁਹਾਡੇ ਕੋਲੇ ਤਾਂ ਉਹਦੇ ਉੱਤੇ ਤੁਸੀਂ ਲਿਖ ਸਕਦੇ ਹੋ। ਤਾਂ ਬਟ ਇਹਦੇ ਵਿੱਚ ਇਹ ਚੀਜ਼ ਹੁੰਦੀ ਹੈ ਕਿ ਨਾਲ ਦੀ ਨਾਲ ਤੁਸੀਂ ਥੋੜਾ ਜਿਹਾ ਹੋਰ ਫੈਕਟ ਵੀ ਕਵਰ ਕਰ ਲਿਆ ਕਰੋ। ਹਾਂਜੀ, ਪੇਪਰ ਦੇ ਵਿੱਚ ਕੁਐਸਚਨ ਆਊਗਾ ਕਿ ਹੈੱਡਕੁਆਟਰ ਜਿਹੜਾ ਜੀ ਯੂਨਾਈਟਿਡ ਨੇਸ਼ਨ ਐਜੂਕੇਸ਼ਨਲ ਐਂਡ ਸਾਇੰਟੀਫਿਕ ਕਲਚਰਲ ਆਰਗੇਨਾਈਜ਼ਰ, ਜਿਹਨੂੰ ਆਪਾਂ UNESCO ਕਹਿ ਦਿੰਦੇ ਆ, ਇਹ ਕਿੱਥੇ ਸਥਿਤ ਆ ਜੀ? ਪੈਰਿਸ, ਦੁਬਈ, ਲੰਡਨ ਜਾਂ ਵਾਸ਼ਿੰਗਟਨ DC?
ਤੁਸੀਂ ਦੱਸਣਾ ਵਾ ਜੀ। ਇਹਦਾ ਸੀਗਾ ਯੂਨੈਸਕੋ ਦਾ ਪੁੱਛਿਆ ਉਹਨਾਂ ਨੇ। ਪਹਿਲੀ ਗੱਲ ਯੂਨੈਸਕੋ ਦੀ ਤੁਹਾਨੂੰ ਫੁੱਲ ਫਾਰਮ ਪਤਾ ਹੋਣੀ ਚਾਹੀਦੀ ਆ। ਤਾਂ ਇਹਦਾ ਜਿਹੜਾ ਹੈੱਡਕੁਆਟਰ ਸਥਿਤ ਆ ਜੀ, ਇਹ ਸਥਿਤ ਆ ਜੀ ਆਪਣਾ ਪੈਰਿਸ ਫਰਾਂਸ ਦੇ ਵਿੱਚ ਸਥਿਤ ਆ। ਠੀਕ ਆ ਜੀ। ਇਹਦੀ ਸਥਾਪਨਾ ਕਦੋਂ ਹੋਈ ਸੀ ਯੂਨੈਸਕੋ ਦੀ? ਇਹ ਹੋਈ ਸੀ ਜੀ ਆਪਣੀ 1945 ਈਸਵੀ ਦੇ ਵਿੱਚ। ਠੀਕ ਆ ਜੀ। ਦੋ ਕੁਐਸਚਨ ਕਵਰ ਕਰਵਾਤੇ ਆਪਾਂ ਤੁਹਾਨੂੰ। ਨੈਕਸਟ ਚੱਲਦੇ ਹਾਂ ਜੀ ਹੁਣ ਆਪਾਂ 43 ਨੰਬਰ ਕੁਐਸਚਨ। ਠੀਕ ਆ ਜੀ। ਹੁਣ ਆਪਾਂ ਥੋੜਾ ਜਿਹਾ ਜਿੱਦਾਂ ਕਿ ਆਪਾਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਇਸ ਜਿਹੜੀ ਸੀਰੀਜ਼ ਦਾ ਨਾਮ ਹੀ ਆਪਾਂ T20 ਦਿੱਤਾ ਹੋਇਆ। ਜਿਹੜੇ ਕੁਐਸਚਨ ਤੇ ਮੈਨੂੰ ਲੱਗੂਗਾ ਕਿ ਹਾਂ ਟਾਈਮ ਵੱਧ ਦੇਣਾ ਚਾਹੀਦਾ, ਉਹਦੇ ਉੱਤੇ ਆਪਾਂ ਥੋੜਾ ਜਿਹਾ ਟਾਈਮ ਵੱਧ ਦੇਵਾਂਗੇ। ਜਿਹਦੇ ਵਿੱਚ ਲੱਗੂਗਾ ਕਿ ਟਾਈਮ ਜ਼ਿਆਦਾ ਨਹੀਂ ਦਿੱਤਾ ਜਾ, ਉਹਦੇ ਵਿੱਚ ਆਪਾਂ ਤੇਜ਼ ਵਧੀਆ ਤਰੀਕੇ ਦੇ ਨਾਲ ਕਰ ਲਵਾਂਗੇ, ਤਾਂ ਕਿ ਆਪਾਂ ਨਾ ਤੁਹਾਡਾ ਵੀ ਜ਼ਿਆਦਾ ਟਾਈਮ ਖਰਾਬ ਨਾ ਹੋਵੇ। ਤਾਂ ਜੀ ਪਿਓਰ ਬੈਂਕਿੰਗ ਨਥਿੰਗ ਐਲਸ, ਇਹ ਟੈਗਲਾਈਨ ਬੈਂਕਾਂ ਦੀ ਟੈਗਲਾਈਨ ਉਹਨਾਂ ਨੇ ਪੁੱਛ ਲਈ ਕਿ ਪਿਓਰ ਬੈਂਕਿੰਗ ਨਥਿੰਗ ਐਲਸ ਇਜ਼ ਟੈਗਲਾਈਨ ਆਫ ਵਿਚ ਆਫ ਦਾ ਫੋਲੋਇੰਗ ਬੈਂਕ? ਪੰਜਾਬ ਨੈਸ਼ਨਲ ਬੈਂਕ, ਸਟੇਟ ਬੈਂਕ ਆਫ ਇੰਡੀਆ, ਦੇਨਾ ਬੈਂਕ ਜਾਂ IDBI ਬੈਂਕ? ਤਾਂ ਜੀ ਇਹਦੀ ਜਿਹੜੀ ਟੈਗਲਾਈਨ ਆ ਨਾ, ਇਹ ਪਿਓਰ ਬੈਂਕਿੰਗ ਨਥਿੰਗ ਐਲਸ ਆ। ਇਹ ਹੈਗੀ ਆ ਜੀ ਸਟੇਟ ਬੈਂਕ ਆਫ ਇੰਡੀਆ, ਜਿਹਨੂੰ ਆਪਾਂ SBI ਵੀ ਕਹਿੰਦੇ ਆ। ਹੁਣ ਜੀ ਇੱਕ ਚੀਜ਼ ਤੁਸੀਂ ਹਮੇਸ਼ਾ ਯਾਦ ਰੱਖਣੀ ਆ, SBI ਦੇ ਨਾਲ ਰਿਲੇਟਡ ਇੱਕ ਛੋਟਾ ਜਿਹਾ ਡਾਟਾ ਮੈਂ ਤੁਹਾਨੂੰ ਪਹਿਲਾਂ ਸ਼ੇਅਰ ਕਰਨ ਲੱਗਿਆ ਜੀ। ਪਹਿਲੀ ਗੱਲ ਤਾਂ ਜੀ ਸਭ ਤੋਂ ਪਹਿਲਾਂ ਨਾ ਇੱਕ ਅੰਗਰੇਜ਼ਾਂ ਦੇ ਟਾਈਮ ਦੇ ਉੱਤੇ ਪਹਿਲੀ ਬੈਂਕ ਬਣੀ ਸੀ ਜਿਹੜੀ ਬੈਂਕ ਆਫ ਕਲਕੱਤਾ 1806 ਈਸਵੀ ਚ। ਠੀਕ ਆ। ਫਿਰ ਕੀ ਹੋਇਆ ਜੀ, ਇਹਨਾਂ ਨੇ ਅੰਗਰੇਜ਼ਾਂ ਨੇ ਬਣਾਈ ਇੱਕ ਹੋਰ ਬੈਂਕ ਜਿਹਨੂੰ ਕਹਿੰਦੇ ਆ ਬੈਂਕ ਆਫ ਬੰਬੇ। ਬੈਂਕ ਆਫ ਬੰਬੇ 1840 ਚ ਬਣੀ ਸੀ ਜੀ। ਉਸ ਤੋਂ ਬਾਅਦ ਕੀ ਹੋਇਆ ਜੀ, ਤੀਜੀ ਬੈਂਕ ਬਣੀ ਜੀ ਬੈਂਕ ਆਫ ਮਦਰਾਸ ਸੀ ਸ਼ਾਇਦ, ਹਨਾ, ਮਦਰਾਸ, ਤੇ ਇਹ ਬਣੀ ਸੀ ਜੀ 1843 ਈਸਵੀ ਦੇ ਵਿੱਚ। ਇਹ ਤਿੰਨ ਬੈਂਕਾਂ ਪਹਿਲਾਂ ਬਣੀਆਂ ਸੀ। ਫਿਰ ਕੀ ਹੋਇਆ, ਇਹਨਾਂ ਨੇ ਇਹ ਤਿੰਨੇ ਬੈਂਕਾਂ ਨੂੰ ਉਹ ਕਰਕੇ ਇਹਨਾਂ ਨੇ ਇੱਕ ਬੈਂਕ ਬਣਾਤੀ ਜਿਹਨੂੰ ਕਹਿਣ ਲੱਗ ਗਏ ਜੀ 1921 ਈਸਵੀ ਦੇ ਵਿੱਚ। ਲਿਖ ਲਓ, ਇਹਨੂੰ ਨੋਟ ਕਰ ਲਓ। ਠੀਕ ਆ ਜੀ। ਪਾਉਸ ਕਰਕੇ ਆਪਣਾ ਨੋਟ ਕਰ ਲਓ। 1921 ਦੇ ਵਿੱਚ ਇੰਪੀਰੀਅਲ ਬੈਂਕ ਬਣਾਤੀ ਇਹਨਾਂ ਨੇ। ਇੰਪੀਰੀਅਲ ਬੈਂਕ ਬਣਾਤੀ। ਇੰਪੀਰੀਅਲ ਬੈਂਕ ਜਦੋਂ ਇਹ ਬਣਾਈ ਨਾ, ਤਾਂ ਇੰਪੀਰੀਅਲ ਬੈਂਕ ਤੋਂ ਬਾਅਦ ਜੇਕਰ ਇਹਨੂੰ ਬਾਅਦ ਵਿੱਚ 1921 ਤੋਂ ਲੈ ਕੇ 55 ਤੱਕ ਰਹੀ। ਫਿਰ 1955 ਦੇ ਵਿੱਚ ਇਹਦਾ ਹੀ ਆਪਾਂ ਜੇਕਰ ਆਪਾਂ ਕਹਿ ਦਿੰਦੇ ਹਾਂ ਕਿ ਹਾਂ ਜੀ ਸਟੇਟ ਬੈਂਕ ਆਫ ਇੰਡੀਆ ਕਦੋਂ ਫਾਰਮ ਹੋਈ ਸੀ? 1955 ਦੇ ਵਿੱਚ ਫਾਰਮ ਹੋਈ ਸੀ। ਠੀਕ ਆ। ਸੋ ਇਹਨੂੰ ਹੀ ਇਸ ਲਈ ਆਪਾਂ ਕਹਿੰਦੇ ਹਾਂ ਕਿ ਸਭ ਤੋਂ ਪੁਰਾਣਾ ਬੈਂਕ ਆ ਇਹ SBI। ਇਹਨਾਂ ਦੀ ਟੈਗਲਾਈਨ ਦੇ ਉੱਤੇ ਜਾਂ ਇਹਨਾਂ ਦੇ ਲਿਖਿਆ ਹੁੰਦਾ ਨਾ, ਤੁਸੀਂ ਸਾਈਡ ਤੇ ਜਾਓਗੇ ਕਿ ਸਭ ਤੋਂ ਪੁਰਾਣਾ ਬੈਂਕ ਕਿਹੜਾ ਵਾ? SBI ਬੈਂਕ ਆ। ਹੁਣ ਪੇਪਰ ਦੇ ਵਿੱਚ ਨਾ ਕਈ ਵਾਰ ਪੁੱਛਿਆ ਜਾਂਦਾ ਵਾ ਕਿ ਇਹ ਕਿਹੜਾ ਬੈਂਕ ਆ ਜਿਹੜਾ ਕਿ ਪੂਰੀ ਤਰ੍ਹਾਂ ਨਾਲ ਫੁੱਲੀ ਇੰਡੀਅਨ ਬੈਂਕ ਸੀਗਾ। ਹੋਲੀ ਇੰਡੀਅਨ ਬੈਂਕ ਕਿਹੜਾ ਸੀ? ਇਹ ਸੀਗਾ ਜੀ ਪੰਜਾਬ ਨੈਸ਼ਨਲ ਬੈਂਕ, ਜਿਹੜਾ ਕਿ ਫੁੱਲੀ ਇੰਡੀਅਨ ਬੈਂਕ ਸੀਗਾ, ਹੋਲੀ ਇੰਡੀਅਨ। ਤਾਂ 1894 ਈਸਵੀ ਦੇ ਵਿੱਚ ਇਹਦੀ ਸਥਾਪਨਾ ਹੋਈ ਸੀ ਜੀ ਪੰਜਾਬ ਨੈਸ਼ਨਲ ਬੈਂਕ ਦੀ। ਬਹੁਤ ਇੰਪੋਰਟੈਂਟ ਕੁਐਸਚਨ ਆ। ਪੰਜਾਬ ਪੁਲਿਸ ਸਬ ਇੰਸਪੈਕਟਰ ਦੇ ਵਿੱਚ ਇਹ ਚੀਜ਼ ਪੁੱਛ ਚੁੱਕੇ ਨੇ ਉਹ। ਠੀਕ ਆ। ਇਹ ਚੀਜ਼ ਤੁਹਾਨੂੰ ਯਾਦ ਹੋਣੀ ਚਾਹੀਦੀ ਆ। ਵਿਦ ਦਾ ਈਅਰ ਵੀ ਯਾਦ ਹੋਣਾ ਚਾਹੀਦਾ। ਠੀਕ ਆ। ਪੰਜਾਬ ਨੈਸ਼ਨਲ ਬੈਂਕ ਦਾ ਤਾਂ ਇਹ ਸੀ। ਇੱਕ ਤੁਹਾਨੂੰ ਮੈਂ ਹੋਰ ਦੱਸ ਦਿੰਦਾ ਵਾ, ਇੱਕ ਡਾਟਾ ਵਾ ਬਹੁਤ ਵਾਰ ਪੇਪਰ ਦੇ ਵਿੱਚ ਪੁੱਛਿਆ ਗਿਆ ਵਾ। ਕੋਆਪਰੇਟਿਵ ਬੈਂਕ ਦੇ 2 ਪੇਪਰਾਂ ਦੇ ਵਿੱਚ ਪੁੱਛਿਆ ਜਾ ਚੁੱਕਿਆ ਵਾ 2021 ਦੇ ਵਿੱਚ। ਇੱਕ ਨਾ ਬੈਂਕਾਂ ਦਾ ਨੈਸ਼ਨਲਾਈਜੇਸ਼ਨ ਹੋਇਆ ਸੀ। ਸਭ ਤੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਚਾਹੀਦਾ ਵਾ ਕਿ ਬੈਂਕਾਂ ਦਾ ਨੈਸ਼ਨਲਾਈਜੇਸ਼ਨ ਸਭ ਤੋਂ ਪਹਿਲੀ ਵਾਰ 1969 ਈਸਵੀ ਦੇ ਵਿੱਚ 14 ਬੈਂਕਾਂ ਦਾ ਨੈਸ਼ਨਲਾਈਜੇਸ਼ਨ ਕਰਤਾ ਸੀ। ਕਿਹਨੇ? ਇੰਦਰਾ ਗਾਂਧੀ ਨੇ। ਉਸ ਟਾਈਮ ਪ੍ਰਧਾਨ ਮੰਤਰੀ ਸੀਗੀ ਇੰਦਰਾ ਗਾਂਧੀ। ਠੀਕ ਆ। 14 ਬੈਂਕਾਂ ਦਾ ਨੈਸ਼ਨਲਾਈਜੇਸ਼ਨ, ਜਿਹਨੂੰ ਆਪਾਂ ਰਾਸ਼ਟਰੀਕਰਨ ਕਹਿ ਦਿੰਦੇ ਆ, 1969 ਦੇ ਵਿੱਚ ਕੀਤਾ ਗਿਆ। 1980 ਦੇ ਵਿੱਚ ਉਸ ਤੋਂ ਬਾਅਦ ਫਿਰ 6 ਬੈਂਕਾਂ ਦਾ ਨੈਸ਼ਨਲਾਈਜੇਸ਼ਨ ਕੀਤਾ ਗਿਆ। ਤਾਂ ਇਹ ਚੀਜ਼ਾਂ ਨਾ ਬਹੁਤ ਬੇਸਿਕ ਫੈਕਟ ਬਣਦੇ ਨੇ, ਪੇਪਰ 'ਚ ਪੁੱਛੇ ਜਾਂਦੇ ਨੇ। ਸਟੈਟਿਕ ਜੀਕੇ ਦੇ ਵਿੱਚ ਸਿੱਧੇ ਕੁਐਸਚਨ ਪੁੱਛੇ ਜਾਂਦੇ ਨੇ। ਜ਼ਰੂਰੀ ਨਹੀਂ ਹੁੰਦਾ ਕਿ ਜੇਕਰ ਤੁਹਾਡੀ ਮਤਲਬ ਕਿ ਸਿਲੇਬਸ ਦੇ ਵਿੱਚ ਬੈਂਕਿੰਗ ਨਹੀਂ ਲਿਖਿਆ ਤਾਂ ਬੈਂਕਿੰਗ ਨਾਲ ਰਿਲੇਟਡ ਤੁਹਾਨੂੰ ਨਹੀਂ ਪੁੱਛਣਗੇ। ਬੈਂਕਿੰਗ ਦੀ ਹਿਸਟਰੀ ਨਾਲ ਰਿਲੇਟਡ ਜਿਹੜੀ ਚੀਜ਼ ਇੰਪੋਰਟੈਂਟ ਬਣਦੀ ਆ ਉਹ ਕੁਝ ਵੀ ਪੁੱਛ ਸਕਦੇ ਹੁੰਦੇ ਆ। ਸਟੈਟਿਕ ਜੀਕੇ ਦਾ ਮਤਲਬ ਹੀ ਇਹ ਹੁੰਦਾ ਵਾ ਕਿ ਉਹ ਕੁਝ ਵੀ ਕਿਤੋਂ ਮਰਜ਼ੀ ਪਾ ਸਕਦੇ, ਉਹਦੇ ਵਿੱਚ ਜ਼ਰੂਰੀ ਨਹੀਂ ਹੁੰਦਾ ਕਿ ਉਹ ਚੀਜ਼ ਮੈਂਸ਼ਨ ਹੁੰਦੀ ਆ। ਤਾਂ ਜੀ ਇਹ ਹੋ ਗਿਆ ਹੁਣ ਆਪਣਾ 43 ਨੰਬਰ ਕੁਐਸਚਨ ਖਤਮ। ਆਈ ਹੋਪ ਕਿ ਤੁਹਾਨੂੰ ਹੁਣ ਇਹ ਚੀਜ਼ ਬਹੁਤ ਚੰਗੀ ਤਰ੍ਹਾਂ ਸਮਝ ਆ ਗਈ ਹੋਏਗੀ। ਤਾਂ ਇਹ ਚੀਜ਼ ਤੁਸੀਂ ਨੋਟ ਕਰਦੀ ਹੋਏਗੀ। ਠੀਕ ਆ। ਸੋ ਮੇਰਾ ਅਜੇ ਫਿਲਹਾਲ ਨਾ ਟਾਈਮ ਨਹੀਂ ਲੱਗ ਰਿਹਾ ਇਕਨੋਮਿਕਸ ਲਈ ਜਾਂ ਬੈਂਕਿੰਗ ਲਈ ਜਾਂ ਐਗਰੀਕਲਚਰ ਜਾਂ ਆਪਣੀ ਜੀਓਗ੍ਰਾਫੀ ਹੋ ਗਈ, ਕਿਉਂਕਿ ਆਪਣੇ ਜਿਹੜੇ ਦੂਸਰੇ ਸਬਜੈਕਟ ਆ ਨਾ ਉਹ ਵੀ ਕਾਫੀ ਪਏ ਨੇ। ਕਿਉਂਕਿ ਜਿਹੜਾ ਇਹ ਹੁੰਦਾ ਆਪਾਂ ਨੂੰ ਕਿ ਜਿਹੜੇ ਸਬਜੈਕਟ ਆਪਾਂ ਸ਼ੁਰੂ ਕੀਤੇ ਨੇ ਉਹ ਪਹਿਲਾਂ ਪੂਰੇ ਕੀਤੇ ਜਾਣ। ਹੁਣ ਜੇਕਰ ਮੈਂ ਪੁਰਾਣੇ ਜਿੱਦਾਂ ਕਿ ਹੁਣ ਪੋਲਿਟੀ ਮੈਂ ਛੱਡ ਕੇ ਤੁਹਾਨੂੰ ਹੋਰ ਕੋਈ ਸਬਜੈਕਟ ਕਰਾਉਣ ਲੱਗ ਜਾਂ ਬੈਂਕਿੰਗ ਕਰਾਉਣ ਲੱਗ ਜਾਂ ਇਕਨੋਮਿਕਸ ਕਰਾਉਣ ਲੱਗ ਜਾਂ, ਤਾਂ ਜਿਹੜਾ ਪੋਲਿਟੀ ਵੀ ਨਹੀਂ ਤੁਹਾਡੀ ਪੂਰੀ ਹੋਣੀ, ਉਹ ਇਕਨੋਮਿਕਸ ਵੀ ਨਹੀਂ ਪੂਰੀ ਹੋਣੀਗੀ। ਤਾਂ ਕਰਕੇ ਆਪਾਂ ਸਟੈਪ ਬਾਏ ਸਟੈਪ ਚੱਲਾਂਗੇ। ਮੈਂ ਇਹ ਨਹੀਂ ਕਹਿੰਦਾ ਕਿ ਨਹੀਂ ਕਰਾਵਾਂਗਾ, ਪਰ ਫਿਲਹਾਲ ਜਿੰਨਾ ਮੈਂ ਕਰਵਾ ਰਿਹਾ ਉਹ ਕਰੋ ਤੇ ਜਿੰਨਾ ਤੁਹਾਡੇ ਤੋਂ ਖੁਦ ਐਫਰਟ ਕਰੋ। ਠੀਕ ਹੈ। ਜਿਹੜਾ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ 60% ਮੈਂ ਤੁਹਾਨੂੰ ਸਿਲੇਬਸ ਕਰਵਾ ਦੂੰਗਾ, 10% ਤੁਸੀਂ ਕਰੰਟ ਅਫੇਅਰ ਕਰ ਆ ਕੇ ਤੁਸੀਂ 70% ਸਿਲੇਬਸ ਕਰ ਲਓਗੇ। ਜਿਹੜਾ 30% ਮੈਂ ਤੁਹਾਨੂੰ ਕਹਿ ਰਿਹਾ ਕਿ ਜਿਹੜੇ ਸਬਜੈਕਟ ਰਹਿੰਦੇ ਨੇ ਉਹ ਖੁਦ ਟਰਾਈ ਕਰੋ। YouTube ਦੇ ਉੱਤੇ ਬਹੁਤ ਡਾਟਾ ਪਿਆ ਵਾ। ਠੀਕ ਹੈ ਜੀ। ਬਹੁਤ ਕੁਝ ਪਿਆ ਵਾ, ਬਹੁਤ ਵਧੀਆ ਟੀਚਰਸ ਪਏ ਨੇ। ਤੁਸੀਂ ਉਹਦੇ ਤੋਂ ਇੱਕ ਵਾਰੀ ਪੜ੍ਹ ਕੇ ਆਪਦੇ ਨੋਟਸ ਬਣਾਓ, ਆਰਾਮ ਦੇ ਨਾਲ ਹੋ ਜਾਏਗਾ। ਠੀਕ ਆ। ਕੋਈ ਇਸ ਲਈ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਕਿਸੇ ਤੇ ਵੀ ਡਿਪੈਂਡ ਨਾ ਰਹੋ, ਮੇਰੇ ਤੇ ਵੀ ਡਿਪੈਂਡ ਨਾ ਰਹੋ। ਠੀਕ ਆ। ਆਪਣੇ ਤੋਂ ਜਿੰਨਾ ਹੋ ਰਿਹਾ ਆਪਾਂ ਕਰ ਰਹੇ ਹਾਂ। ਆਪਾਂ MCQ ਵੀ ਤੁਹਾਡੇ ਲਈ ਕਰ ਰਹੇ ਹਾਂ, ਆਪਾਂ ਟੈਲੀਗ੍ਰਾਮ ਦੇ ਕੁਇਜ਼ ਵੀ ਪਾ ਰਹੇ ਹਾਂ, ਫਿਰ ਆਪਾਂ ਰਹਿੰਦੀ ਹੁੰਦੀ ਆਪਾਂ ਥਿਊਰੀ ਤਾਂ ਆਪਾਂ ਬਹੁਤ ਵਧੀਆ ਤਰੀਕੇ ਨਾਲ ਕਰ ਰਹੇ ਹਾਂ। ਆਪਾਂ 2-3 ਸਬਜੈਕਟ ਤਾਂ ਆਪਾਂ ਨਿਬੇੜ ਵੀ ਦਿੱਤੇ ਆ। ਪੰਜਾਬ ਜੀਕੇ ਵੀ ਨਿਬੇੜਤਾ ਹੋਇਆ, ਹਿਸਟਰੀ ਵੀ ਨਿਬੇੜਤਾ ਹੋਇਆ, ਪੋਲਿਟੀ ਆਪਣੀਆਂ 2 ਕਲਾਸਾਂ ਰਹਿ ਗਈਆਂ ਹੋਈਆਂ ਨੇ। ਸੋ ਮੇਨ ਸਬਜੈਕਟ ਤਾਂ ਆਪਾਂ ਨਿਬੇੜਤੇ ਹੋਏ ਆ। ਜਿਹੜੇ ਬਾਕੀ ਸਬਜੈਕਟ ਆ ਉਹ ਹੌਲੀ ਆਪਾਂ ਕਰ ਲਾਂਗੇ, ਕੋਈ ਦਿੱਕਤ ਨਹੀਂ। ਠੀਕ ਹੈ ਜੀ। ਸੋ ਬਾਕੀ ਤੁਸੀਂ ਆਪਦੇ ਵੱਲੋਂ ਐਫਰਟ ਜਾਰੀ ਰੱਖੋ। ਆਪਦਾ ਜਾਨੀ ਵੇਟ ਨਹੀਂ ਕਰਨੀ ਵੀ ਹਾਂ ਵੀ ਇਕਨੋਮਿਕਸ ਸਿਰਫ ਇਸ ਚੈਨਲ ਤੋਂ ਹੀ ਕਰਾਂਗੇ। ਠੀਕ ਹੈ ਜੀ।
ਹੁਣ ਆ ਗਿਆ ਜੀ ਨੈਕਸਟ ਸਾਡਾ ਸਾਲਟ ਲੇਕ ਸਟੇਡੀਅਮ ਕਿਹੜੇ ਸ਼ਹਿਰ ਦੇ ਵਿੱਚ ਸਥਿਤ ਆ? ਪੂਨੇ 'ਚ, ਮੁੰਬਈ 'ਚ, ਕਲਕੱਤੇ 'ਚ ਜਾਂ ਨਿਊ ਦਿੱਲੀ ਦੇ ਵਿੱਚ? ਕਈ ਵਾਰ ਤਾਂ ਸਿੱਧਾ ਸਿੱਧਾ ਇਦਾਂ ਦਾ ਆ ਜਾਂਦਾ ਕਿ ਹਾਂਜੀ ਇਹ ਸਟੇਡੀਅਮ ਕਿੱਥੇ ਸਥਿਤ ਆ, ਉਹ ਕਿੱਥੇ ਸਥਿਤ ਆ। ਜਿਹੜੇ ਮੋਸਟ ਰਿਪੀਟਡ ਹੁੰਦੇ ਆ ਉਹ ਮੈਂ ਤੁਹਾਡੇ ਲਈ ਲੈ ਕੇ ਆਇਆ। ਹੁਣ ਜੇਕਰ ਇਹਦਾ ਆਨਸਰ ਬਣਦਾ ਵਾ ਜੀ ਕਲਕੱਤਾ, ਕਲਕੱਤਾ ਦੇ ਵੈਸਟ ਬੰਗਾਲ ਦੇ ਵਿੱਚ ਸਿਚੁਏਟਡ ਆ। ਕਲਕੱਤਾ ਕਿੱਥੇ ਆ ਜੀ? ਵੈਸਟ ਬੰਗਾਲ ਦੇ ਵਿੱਚ। ਠੀਕ ਹੈ ਜੀ, ਕਲਕੱਤਾ ਕਿੱਥੇ ਆ? ਵੈਸਟ ਬੰਗਾਲ ਦੇ ਵਿੱਚ। ਇਹ ਚੀਜ਼ ਹੁੰਦੀ ਆ ਪੇਪਰ ਦੇ ਵਿੱਚ, ਇਹੋ ਜਿਹੇ ਡਾਇਰੈਕਟ ਕੁਐਸਚਨ ਬਣਦੇ ਆ। ਹੁਣ ਇਹਦੇ ਉੱਤੇ ਆਪਣਾ ਟਾਈਮ ਨਹੀਂ ਲਾਉਣਾ, ਵੇਸਟ ਨਹੀਂ ਕਰਨਾਗਾ। ਹੁਣ ਇਫਕੋ ਦੀ ਫੁੱਲ ਫਾਰਮ ਪੁੱਛ ਲੈਣਗੇ, ਉਹ ਤੁਹਾਨੂੰ ਕਿ ਕੀ ਆ, ਇਹਨੂੰ ਦੇਖੋ ਇੱਕ ਵਾਰੀ, ਮੈਂ ਬੋਲ ਕੇ ਟਾਈਮ ਨਹੀਂ ਵੇਸਟ ਕਰਾਂਗਾ, ਆਪਦਾ ਪੌਜ਼ ਕਰਕੇ ਇੱਕ ਵਾਰੀ ਦੇਖੋ ਜੇਕਰ ਤੁਸੀਂ ਪਹਿਲਾਂ ਪੜ੍ਹਿਆ ਹੋਇਆ ਕੀ ਤੁਹਾਨੂੰ ਉਹ ਪਤਾ ਵਾ ਕਿ ਨਹੀਂ। ਸੋ ਇਹਦੀ ਕਰੈਕਟ ਆਨਸਰ ਬਣਦਾ ਵਾ ਜੀ ਬੀ, ਇੰਡੀਅਨ ਫਾਰਮਰਸ ਫਰਟੀਲਾਈਜ਼ਰ ਕੋਆਪਰੇਟਿਵ ਲਿਮਟਿਡ। ਠੀਕ ਆ, ਇਫਕੋ ਬਹੁਤ ਵਾਰ ਪੇਪਰ ਦੇ ਵਿੱਚ ਇਹ ਚੀਜ਼ ਸਿੱਧੀ ਸਿੱਧੀ ਸਟੈਟਿਕ ਜੀਕੇ ਦੇ ਵਿੱਚ ਪੁੱਛੀ ਜਾਂਦੀ ਆ, ਖਾਸ ਕਰ ਪੰਜਾਬ ਪੁਲਿਸ ਵਾਲੇ ਕੈਂਡੀਡੇਟ ਇਹਨੂੰ ਧਿਆਨ ਨਾਲ ਦੇਖਣ। ਠੀਕ ਹੈ ਜੀ, ਹੁਣ ਇਹਦਾ ਹੈੱਡਕੁਆਟਰ ਜੇਕਰ ਤੁਹਾਨੂੰ ਪੁੱਛਣ ਕਿ ਹੈੱਡਕੁਆਟਰ ਕਿੱਥੇ ਆ ਇਫਕੋ ਦਾ, ਇਹ ਹੈਗਾ ਜੀ ਦਿੱਲੀ ਦੇ ਵਿੱਚ। ਦਿੱਲੀ ਦੇ ਵਿੱਚ ਇਹਦਾ ਹੈੱਡਕੁਆਟਰ ਆ। ਤਾਂ ਇਹ ਵਾਲੀ ਚੀਜ਼ਾਂ, ਇਹ ਮਲਟੀ ਸਟੇਟ ਕੋਆਪਰੇਟਿਵ ਸੁਸਾਇਟੀ ਆ। ਠੀਕ ਆ, ਇਹ ਚੀਜ਼ ਮਤਲਬ ਤੁਹਾਨੂੰ ਯਾਦ ਹੋਣੀ ਚਾਹੀਦੀ ਆ, ਬਹੁਤ ਬਹੁਤ ਇੰਪੋਰਟੈਂਟ ਚੀਜ਼ ਬਣਦੀ ਆ। ਨੈਕਸਟ ਕੁਐਸਚਨ ਤੇ ਚੱਲਦੇ ਹਾਂ ਜੀ ਆਪਾਂ 46 ਨੰਬਰ ਕੁਐਸਚਨ 'ਚ। 30 ਕੁਐਸਚਨ ਕਰਦੇ ਹਾਂ ਜੀ ਆਪਾਂ ਇਸ ਕਲਾਸ 'ਚ। ਠੀਕ ਹੈ, 30 ਤਾਂ ਕਰਦੇ ਪਏ ਆ, ਨਾਲ ਦੀ ਨਾਲ ਜੋ ਤੁਹਾਨੂੰ ਜਿਹੜੇ ਕੁਐਸਚਨ ਮੈਂ ਐਕਸਪਲੇਨ ਕਰਦਾ ਪਲੀਜ਼ ਉਹਨੂੰ ਨੋਟ ਕਰ ਲਓ। ਠੀਕ ਹੈ ਜੀ, ਇੱਕ ਕਾਪੀ ਲਾ ਕੇ ਬੈਠੋ, ਨਾਲ ਵਾਲੇ ਜਿਹੜੇ ਪੁਆਇੰਟ ਨੇ ਉਹ ਛੋਟੇ ਛੋਟੇ ਕਰਕੇ ਇੱਕ ਵਨ ਲਾਈਨਰ ਬਣਾ ਕੇ ਨੋਟ ਕਰ ਲਓ, ਕੋਈ ਦਿੱਕਤ ਵਾਲੀ ਗੱਲ ਨਹੀਂ ਗੀ। ਤਾਂ ਜੀ ਏਸ਼ੀਆਈ ਵਿਕਾਸ ਬੈਂਕ, ਏਸ਼ੀਅਨ ਡਿਵੈਲਪਮੈਂਟ ਬੈਂਕ, ਜਿਹਨੂੰ ਆਪਾਂ ADB ਵੀ ਕਹਿ ਦਿੰਦੇ ਆ, ਇਹ ਕਿੱਥੇ ਲੋਕੇਟਡ ਹੈ? ਇਹਦਾ ਮੁੱਖ ਦਫ਼ਤਰ। ਹੈੱਡਕੁਆਟਰ ਦੇ ਵੀ ਮੈਂ ਤੁਹਾਨੂੰ ਲਿਸਟਾਂ ਸੈਂਡ ਕੀਤੀਆਂ ਹੋਈਆਂ ਨੇ ਆਪਣੇ ਟੈਲੀਗ੍ਰਾਮ ਚੈਨਲ ਦੇ ਉੱਤੇ, ਸੋ ਉਹਨੂੰ ਇੱਕ ਵਾਰ ਨਿਗਾਹ ਮਾਰ ਲੈਣਾ। ਸੋ ਇਹ ਕਿੱਥੇ ਆ ਜੀ? ਚਾਈਨਾ ਦੇ ਵਿੱਚ ਆ, ਯੂਨਾਈਟਿਡ ਕਿੰਗਡਮ 'ਚ ਆ, ਫਿਲੀਪੀਨਸ ਦੇ ਵਿੱਚ ਆ, ਜਾਂ ਰਸ਼ੀਆ ਦੇ ਵਿੱਚ ਆ। ADB ਦਾ ਹੈੱਡਕੁਆਟਰ ਚੋਂ ਇਹੋ ਜਿਹੇ ਕੁਐਸਚਨ ਪੁੱਛੇ ਜਾਂਦੇ ਆ ਕਿ ਹਾਂਜੀ ADB ਦਾ ਕਿੱਥੇ ਆ, ਵਰਲਡ ਬੈਂਕ ਦਾ ਕਿੱਥੇ ਆ। ਇਹ ਚੀਜ਼ਾਂ ਵੀ ਤੁਹਾਨੂੰ ਯਾਦ ਹੋਣੀਆਂ ਚਾਹੀਦੀਆਂ ਨੇ। ਠੀਕ ਹੈ, ਆਪਾਂ ਆਪਣੀ ਸੀਰੀਜ਼ ਦੇ ਵਿੱਚ ਮੈਂ ਕੋਸ਼ਿਸ਼ ਕਰੂੰਗਾ ਕਿ ਜ਼ਿਆਦਾ ਤੋਂ ਜ਼ਿਆਦਾ ਤੁਹਾਨੂੰ ਕਰਵਾ ਦਿੱਤੇ ਜਾਣ। ਹਾਂਜੀ, 46ਵੇਂ ਦਾ ਸਹੀ ਆਨਸਰ ਬਣਦਾ ਮੈਟਰੋ ਮਨੀਲਾ, ਫਿਲੀਪੀਨਸ ਦੇ ਵਿੱਚ ADB ਦਾ ਦਫ਼ਤਰ, ਮੁੱਖ ਦਫ਼ਤਰ ਸਥਿਤ ਆ। ਇਹਦੀ ਸਥਾਪਨਾ ਕਦੋਂ ਹੋਈ ਸੀ? ਇਹਦੀ ਸਥਾਪਨਾ ਹੋਈ ਸੀ ਜੀ 1966 ਈਸਵੀ ਦੇ ਵਿੱਚ ADB ਦੀ। ਠੀਕ ਹੈ ਜੀ, ਨੈਕਸਟ ਚੱਲਦੇ ਹਾਂ ਜੀ ਆਪਾਂ। ਹੁਣ ਜੀ ਆਹ ਕੁਐਸਚਨ ਬਹੁਤ ਵਾਰ ਪੇਪਰ ਦੇ ਵਿੱਚ ਆ ਚੁੱਕਿਆ, ਬਹੁਤ ਵਾਰ, ਕਿ ਸਨ ਟੈਂਪਲ ਜਿਹੜਾ ਵਾ ਕੋਨਾਰਕ ਦਾ, ਉਹ ਕਿੱਥੇ ਲੋਕੇਟਡ ਆ? ਉੜੀਸਾ ਦੇ ਵਿੱਚ, ਮਹਾਰਾਸ਼ਟਰ, ਉੱਤਰ ਪ੍ਰਦੇਸ਼ ਜਾਂ ਕਰਨਾਟਕਾ ਦੇ ਵਿੱਚ? ਸੋ ਸਿੱਧਾ ਕੁਐਸਚਨ ਬਣਦਾ ਜੀ ਇਹ ਕਿੱਥੇ ਸਥਿਤ ਆ ਜੀ? ਇਹ ਆਪਣਾ ਉੜੀਸਾ ਦੇ ਵਿੱਚ ਆ। ਉੜੀਸਾ ਦੇ ਪੁਰੀ ਡਿਸਟ੍ਰਿਕਟ ਦੇ ਵਿੱਚ, ਪੁਰੀ ਡਿਸਟ੍ਰਿਕਟ ਦੇ ਵਿੱਚ ਇਹ ਸਥਿਤ ਆ ਸਨ ਟੈਂਪਲ ਆਫ ਕੋਰਨਾਕ। ਠੀਕ ਹੈ, ਬਹੁਤ ਵਾਰ ਪੇਪਰ ਦੇ ਵਿੱਚ ਸਟੈਟਿਕ ਜੀਕੇ ਦੇ ਵਿੱਚ ਇਹ ਰਿਪੀਟ ਹੋਇਆ ਵਾ। ਹੁਣ ਜੀ 48 ਕੁਐਸਚਨ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਜੀ। ਇਹਦੇ ਵਿੱਚ ਇਹਨਾਂ ਨੇ 7 ਦੇਸ਼ ਪੁੱਛੇ ਹੋਏ ਆ ਜੀ, ਜਿਹੜੇ ਕਿ G7 ਦਾ ਮਤਲਬ 7 ਆ ਗਿਆ, ਤਾਂ 7 ਦੇਸ਼ ਆ, ਦੇਸ਼ਾਂ ਦਾ ਸਮੂਹ ਦਾ। ਉਹ ਪੁੱਛਦੇ ਆ ਕਿ ਕਿਹੜਾ ਮੈਂਬਰ ਨਹੀਂਗਾ, ਚਾਈਨਾ ਨਹੀਂਗਾ, ਯੂਨਾਈਟਿਡ ਸਟੇਟਸ ਨਹੀਂਗਾ, ਇਟਲੀ ਨਹੀਂਗਾ, ਜਾਂ ਜਾਪਾਨ ਨਹੀਂਗਾ। ਸੋ ਬਹੁਤ ਇੰਪੋਰਟੈਂਟ ਕੁਐਸਚਨ ਬਣਦਾ ਵਾ ਜੀ। ਇਹਦੇ ਵਿੱਚ ਪੁੱਛਿਆ ਉਹਨਾਂ ਨੇ ਕਿ ਇਹਨਾਂ ਦੇ ਵਿੱਚ ਮਤਲਬ 3 ਹੈਗੇ ਨੇ, ਜਿਹੜੀ ਆਪਸ਼ਨ ਦੇ ਵਿੱਚ ਆ, ਇੱਕ ਹੈ ਨਹੀਂ। ਤਾਂ ਜੀ ਚਾਈਨਾ ਹੈ ਨਹੀਂਗਾ, ਯੂਨਾਈਟਿਡ ਸਟੇਟਸ ਵੀ ਹੈਗਾ, ਇਟਲੀ ਵੀ ਹੈਗਾ, ਜਾਪਾਨ ਵੀ ਹੈਗਾ। ਹੁਣ ਬਾਕੀ ਦੇਸ਼ ਥੋੜੀ ਜਿਹੀ ਨਿਗਾਹ ਮਾਰ ਲਓ ਕਿ ਬਾਕੀ ਦੇਸ਼ ਕਿਹੜੇ ਕਿਹੜੇ ਨੇ। ਦੇਖੋ ਜੀ G7 ਜਿਹੜਾ, ਠੀਕ ਆ ਜੀ, ਇਹ ਇਨਫਾਰਮਲ ਬਲੌਕ ਆ ਜਿਹੜਾ ਇੰਡਸਟਰੀਅਲਾਈਜੇਸ਼ਨ ਡੈਮੋਕ੍ਰੇਸਿਸ ਦਾ ਯੂਨਾਈਟਿਡ ਸਟੇਟਸ, ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ ਤੇ ਯੂਨਾਈਟਿਡ ਕਿੰਗਡਮ, ਇਹ ਨੇ। ਠੀਕ ਆ ਜੀ, ਸੋ ਪੰਜਾਬ ਪੁਲਿਸ ਲਈ ਇਹ ਜ਼ਿਆਦਾ ਇੰਪੋਰਟੈਂਟ ਬਣਦਾ ਵਾ। ਸੋ ਦੈਟ ਮੀਟ, ਇਹ ਐਨੂਅਲੀ ਮੀਟ ਕਰਦੇ ਆ, ਡਿਸਕਸ ਇਸ਼ੂ, ਕੋਈ ਵੀ ਗਲੋਬਲ ਇਕਨੋਮਿਕਸ, ਗਵਰਨੈਂਸ ਤੇ ਇੰਟਰਨੈਸ਼ਨਲ ਸਿਕਿਉਰਿਟੀ ਜਾਂ એનર્ਜੀ ਪਾਲਿਸੀ ਦੇ ਉੱਤੇ ਇਹ ਡਿਸਕਸ ਕਰਨ ਲਈ ਇਹ ਕੰਟਰੀਆਂ 7 ਇਕੱਠੀਆਂ ਹੁੰਦੀਆਂ ਨੇ G7 ਦੀਆਂ। ਠੀਕ ਹੈ ਜੀ, ਯਾਦ ਕਰ ਲਿਓ ਇਹਨਾਂ ਨੂੰ। ਹੁਣ ਜੀ ਉਹ ਕਹਿੰਦਾ ਜੀ ਭਾਰਤੀ ਸ਼ਹਿਰ ਦਾ ਨਾਮ ਦੱਸੋ ਜਿਹਨੂੰ ਭਾਰਤ ਦਾ ਗਾਰਡਨ ਸਿਟੀ ਆਫ ਇੰਡੀਆ ਕਿਹਨੂੰ ਕਿਹਾ ਜਾਂਦਾ ਜੀ? ਬਹੁਤ ਇੰਪੋਰਟੈਂਟ ਕੁਐਸਚਨ ਬਣਦਾ ਵਾ, ਸਿੱਧਾ ਵਾ ਕਿ ਕਿਹੜੀ ਸਿਟੀ ਨੂੰ ਕਿਹੜਾ ਉਹ ਕਿਹਾ ਜਾਂਦਾ ਵਾ। ਦੇਖੋ ਜੀ ਇਹ ਜਿਹੜਾ ਬਣਦਾ ਵਾ ਜੀ ਆਪਣੇ ਗਾਰਡਨ ਸਿਟੀ ਆਫ ਇੰਡੀਆ, ਦਾਰਜਲਿੰਗ ਨੂੰ ਕਹਿੰਦੇ ਆ, ਸ਼ਿਮਲਾ ਨੂੰ ਕਹਿੰਦੇ ਆ, ਸੂਰਤ ਨੂੰ ਕਹਿੰਦੇ ਆ, ਜਾਂ ਬੰਗਲੌਰ ਨੂੰ ਕਹਿੰਦੇ ਆ। ਤਾਂ ਇਹਦਾ ਸਿੱਧਾ ਆਨਸਰ ਬਣਦਾ ਪਿਆ ਜੀ ਬੰਗਲੌਰ ਨੂੰ ਕਹਿੰਦੇ ਆ ਜੀ ਗਾਰਡਨ ਸਿਟੀ ਆਫ ਇੰਡੀਆ। ਠੀਕ ਆ, ਕਿਉਂਕਿ ਇਹ ਗਾਰਡਨਸ ਲਈ ਮਸ਼ਹੂਰ ਆ, ਤਾਂ ਕਰਕੇ ਇਹਨੂੰ ਗਾਰਡਨ ਸਿਟੀ। ਸੋ ਇੱਕ ਚੀਜ਼ ਹੋਰ ਕਹਿੰਦੇ ਆ ਜੀ ਬੰਗਲੌਰ ਨੂੰ ਸਾਇੰਸ ਸਿਟੀ ਆਫ ਇੰਡੀਆ ਵੀ ਕਹਿੰਦੇ ਆ। ਸਾਇੰਸ ਸਿਟੀ ਆਫ ਇੰਡੀਆ ਕਿਹਨੂੰ ਕਹਿੰਦੇ ਆ? ਬੰਗਲੌਰ ਨੂੰ ਕਹਿੰਦੇ ਆ, ਕਿਉਂਕਿ IT ਸੈਕਟਰ ਇੱਥੇ ਬਹੁਤ ਜ਼ਿਆਦਾ ਮਸ਼ਹੂਰ ਆ। ਹੁਣ ਜੇਕਰ ਆਵੇ ਕਿ ਸੂਰਤ ਦੇ ਵਿੱਚ ਸਿਟੀ ਆਫ ਸਨ ਜਾਂ ਸਿਲਕ ਸਿਟੀ ਪੁੱਛ ਲੈਂਦੇ ਹੁੰਦੇ ਆ ਕਿ ਸਿਲਕ ਸਿਟੀ ਕਿੱਥੇ ਆ? ਸਿਲਕ ਸਿਟੀ ਕਿੱਥੇ ਲੋਕੇਟਡ ਆ ਸਾਡੀ? ਇਹ ਸੂਰਤ ਦੇ ਵਿੱਚ ਲੋਕੇਟਡ ਆ। ਕਈ ਵਾਰ ਨਾ ਪੇਪਰ ਦੇ ਵਿੱਚ ਕੁਐਸਚਨ ਤੁਹਾਨੂੰ ਹੁੰਦਾ ਵਾ ਕਿ ਹਾਂਜੀ ਇਹ ਚੀਜ਼ ਦੱਸੋ ਕਿ ਸਨ ਸਿਟੀ ਕਿੱਥੇ ਆ? ਸਨ ਸਿਟੀ ਕਿਹੜੇ ਮਤਲਬ ਕਿਹਨੂੰ, ਕਿਹੜੀ ਸਿਟੀ ਨੂੰ ਕਿਹਾ ਜਾਂਦਾ? ਜਿੱਦਾਂ ਗਾਰਡਨ ਸਿਟੀ ਪੁੱਛ ਲਿਆ ਹੋਇਆ, ਸਨ ਸਿਟੀ ਹੋ ਗਿਆ, ਬਲੂ ਸਿਟੀ ਹੋ ਗਿਆ। ਇੱਕ ਬਲੂ ਸਿਟੀ ਤੁਹਾਨੂੰ ਪੁੱਛਣਗੇ, ਇਹ ਸ਼ਾਇਦ ਆ ਚੁੱਕਿਆ ਮੇਰੇ ਅਕੋਰਡਿੰਗ ਸਨ ਸਿਟੀ ਦਾ ਇੱਕ ਪਿੱਛੇ ਜੇ ਕਿਸੇ ਕੁਐਸਚਨ ਪੇਪਰ ਦੇ ਵਿੱਚ, ਸ਼ਾਇਦ PSPCL ਦੇ ਵਿੱਚ, LDC ਦੇ ਵਿੱਚ ਆਇਆ ਸੀ। ਤਾਂ ਸਨ ਸਿਟੀ ਕਿਹਨੂੰ ਕਹਿੰਦੇ ਆ ਜੀ? ਯੋਧਪੁਰ ਨੂੰ ਸਨ ਸਿਟੀ ਕਹਿੰਦੇ ਆ। ਹੁਣ ਇੱਕ ਹੋਰ ਕੁਐਸਚਨ ਬਣਦਾ ਜੀ, ਦੇਖੋ ਹੁਣ ਕਿੰਨੇ ਕੁਐਸਚਨ ਤੁਹਾਡੇ ਕਵਰ ਹੋ ਰਹੇ ਆ। ਇਹ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਦੱਸਦਾ, ਪਲੀਜ਼ ਇਹਨੂੰ ਮਾਰਕ ਕਰ ਲਿਓ, ਨੋਟ ਕਰ ਲਿਓ, ਕਿਉਂਕਿ ਇਹ ਕਿਸੇ ਵੀ ਥਿਊਰੀ ਦੇ ਵਿੱਚ ਕਵਰ ਨਹੀਂ ਹੋਣਗੇ। ਇਹ ਇਸੇ ਤਰ੍ਹਾਂ ਜਿਹੜੇ ਖਾਸ ਇੰਪੋਰਟੈਂਟ ਬਣਦੀਆਂ ਮੈਂ ਨਾਲ ਦੀ ਨਾਲ ਤੁਹਾਨੂੰ ਕਰਵਾਈ ਜਾਊਂਗਾ। ਪਿੰਕ ਸਿਟੀ, ਜੇਕਰ ਤੁਹਾਨੂੰ ਪੁੱਛਿਆ ਜਾਵੇ ਕਿ ਪਿੰਕ ਸਿਟੀ, ਜਾਂ ਤੁਹਾਨੂੰ ਪੁੱਛਿਆ ਜਾਵੇ ਕਿ ਹੈਰੀਟੇਜ ਸਿਟੀ ਕਿਹੜੀ ਆ, ਇਹ ਦੋ ਸਿਟੀਆਂ ਤੁਹਾਨੂੰ ਪੁੱਛਿਆ ਜਾਵੇ ਤਾਂ ਜੈਪੁਰ ਲਾਇਆ ਆਇਓ। ਠੀਕ ਹੈ, ਪੇਪਰ ਦੇ ਵਿੱਚ ਜੈਪੁਰ ਆਨਸਰ ਇਹਦਾ ਆਊਗਾ। ਠੀਕ ਹੈ ਜੀ, ਹੋ ਗਿਆ ਜੀ ਇਹ ਵੀ ਆਪਣਾ।
ਹੁਣ ਜੀ 50ਵੇਂ ਕੁਐਸਚਨ ਤੇ ਆ ਗਏ ਜੀ ਸੰਤੋਸ਼ ਟਰਾਫੀ। ਕੋਈ ਵੀ ਟਰਾਫੀ ਆ ਮੈਂ ਤੁਹਾਨੂੰ ਸਪੋਰਟਸ ਦੇ ਵਿੱਚ ਕਰਵਾਈ ਹੋਈ ਆ, ਪੇਪਰ ਦੇ ਵਿੱਚ ਪੁੱਛੀ ਜਾਂਦੀ ਆ, ਡਾਇਰੈਕਟ ਕੁਐਸਚਨ ਬਣਦੇ ਨੇ। PSSB ਦੇ ਪੇਪਰ ਚੱਕ ਲਓ 2021 ਦੇ ਵਿੱਚ ਇਹ ਟਰਾਫੀ ਹੋ ਗਏ, ਕੋਈ ਕੱਪ ਹੋ ਗਿਆ, ਉਹਦੇ ਨਾਲ ਰਿਲੇਟਡ ਸਿੱਧੇ ਸਿੱਧੇ ਕੁਐਸਚਨ ਪੁੱਛੇ ਹੋਏ ਨੇ ਉਹਨਾਂ ਨੇ। ਤਾਂ ਸੰਤੋਸ਼ ਟਰਾਫੀ ਕਿਹੜੀ ਸਪੋਰਟ ਦੇ ਨਾਲ ਰਿਲੇਟਡ ਆ ਜੀ? ਮੈਂ ਕਰਵਾਇਆ ਹੋਇਆ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਪਿਛਲੀ ਕਲਾਸ ਸਪੋਰਟਸ ਦੀ ਦੇ ਵਿੱਚ, ਗੋਲਫ ਨਾਲ, ਫੁੱਟਬਾਲ ਨਾਲ, ਟੈਨਿਸ ਨਾਲ ਜਾਂ ਕ੍ਰਿਕਟ ਦੇ ਨਾਲ। ਸੋ ਇਹਦਾ ਸਹੀ ਆਨਸਰ ਬਣਦਾ ਜੀ ਸੰਤੋਸ਼ ਟਰਾਫੀ ਜੀ ਫੁੱਟਬਾਲ ਦੇ ਨਾਲ ਐਸੋਸੀਏਟਡ ਆ, ਫੁੱਟਬਾਲ ਦੇ ਵਿੱਚ ਦਿੱਤੀ ਜਾਂਦੀ ਆ ਸੰਤੋਸ਼ ਟਰਾਫੀ। ਹੁਣ ਨਾ ਪੇਪਰ ਦੇ ਵਿੱਚ ਤੁਹਾਨੂੰ ਹੋਰ ਵੀ ਕਾਫੀ ਸਾਰੀਆਂ ਇਹ ਮਤਲਬ ਪੁੱਛੀਆਂ ਜਾਣਗੀਆਂ, ਤਾਂ ਇਹ ਚੀਜ਼ਾਂ ਦਾ ਤੁਸੀਂ ਥੋੜਾ ਜਿਹਾ ਧਿਆਨ ਰੱਖਣਾ ਵਾ ਕਿ ਪੇਪਰ ਦੇ ਵਿੱਚ ਬਿਲਕੁਲ ਵੀ ਇਹੋ ਨਹੀਂ ਹੋਣਾਗਾ, ਠੀਕ ਆ। ਗੋਲਫ ਨਾਲ ਰਿਲੇਟਡ ਹੋ ਗਿਆ, ਟੈਨਿਸ ਨਾਲ ਹੋ ਗਿਆ, ਕ੍ਰਿਕਟ ਨਾਲ ਰਿਲੇਟਡ ਹੋ ਗਿਆ, ਸਾਰੇ ਮੈਂ ਤੁਹਾਨੂੰ PDF ਸ਼ੇਅਰ ਕੀਤੀ ਹੋਈ ਹੈ ਇੱਕ ਕਲਾਸ ਦੇ ਵਿੱਚ, ਸਟੈਟਿਕ GK ਦੀ ਕਲਾਸ ਦੇ ਵਿੱਚ, ਸਪੋਰਟਸ ਵਾਲੀ ਦੀ ਲਾਸਟ ਕਲਾਸ ਆ ਜਿਹੜੀ ਆਪਣੀ ਨਾ 4 ਨੰਬਰ ਪਾਰਟ ਆ, 11 ਨੰਬਰ ਸ਼ਾਇਦ 12 ਨੰਬਰ ਕਲਾਸ ਆ, ਉਹ ਜ਼ਰੂਰ ਦੇਖ ਲਿਓ। ਉਹਦੇ ਵਿੱਚ ਮੈਂ PDF 'ਚ ਸਾਰੀਆਂ ਸਪੋਰਟਸ ਦੀਆਂ ਗੇਮਸ, ਟਰਾਫੀਆਂ, ਟਰੋਫੀਆਂ ਸਾਰਾ ਕੁਝ ਮੈਂਸ਼ਨ ਕੀਤਾ ਹੋਇਆ, ਟਰਮਾਂ ਟੁਰਮਾਂ। ਤਾਂ ਜੀ ਗਿਰ ਨੈਸ਼ਨਲ ਪਾਰਕ, ਜਿਹਨੂੰ ਕਿ ਜ਼ਿਆਦਾਤਰ ਇਹ ਏਸ਼ੀਆਈ ਸ਼ੇਰਾਂ ਲਈ ਮਸ਼ਹੂਰ ਆ, ਇਹ ਕਿਸ ਰਾਜ ਦੇ ਵਿੱਚ ਸਥਿਤ ਆ? ਗੁਜਰਾਤ, ਉੱਤਰਾਖੰਡ, ਸਿੱਕਮ ਜਾਂ ਕਰਨਾਟਕਾ। ਇੱਕ ਨਾ ਨੈਸ਼ਨਲ ਪਾਰਕ ਜਿਹੜੇ ਮੋਸਟ ਇੰਪੋਰਟੈਂਟ ਆ, ਮੈਂ ਤੁਹਾਡੇ ਨਾਲ ਇੱਕ ਲਿਸਟ ਸ਼ੇਅਰ ਕਰ ਦੂੰਗਾ, ਨੈਸ਼ਨਲ ਪਾਰਕ ਜ਼ਰੂਰ ਨੋਟ ਕਰ ਲਿਓ, ਕਿਉਂਕਿ ਨੈਸ਼ਨਲ ਪਾਰਕ ਦੇ ਉੱਤੇ ਕਈ ਵਾਰ ਪੇਪਰ ਦੇ ਵਿੱਚ ਕੁਐਸਚਨ ਪੁੱਛਿਆ ਜਾਂਦਾ ਵਾ ਜ਼ਿਆਦਾਤਰ, ਜਿੱਦਾਂ ਕਿ PSBCL ਦੇ ਵਿੱਚ ਤਾਂ ਬਹੁਤ ਜ਼ਿਆਦਾ ਪੁੱਛਦੇ ਆ, ਜਿਹੜਾ ਆਨਲਾਈਨ ਪੇਪਰ ਹੁੰਦਾ ਤਾਂ ਜਿਹੜੇ, ਬਟ ਹਾਂਜੀ PSSB ਹੁਣ ਥੋੜਾ ਜਿਹਾ ਘੱਟ ਪੁੱਛਣ ਲੱਗਿਆ ਵਾ, ਬਟ ਇਸ ਤੋਂ ਪਹਿਲਾਂ ਉਹ ਪੁੱਛਦਾ ਹੁੰਦਾ ਸੀ। 2021 'ਚ ਉਹਨੇ ਨੈਸ਼ਨਲ ਪਾਰਕ ਤੋਂ ਕੁਐਸਚਨ ਘੱਟ ਪੁੱਛੇ ਨੇ, ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਕੁਐਸਚਨ ਨਹੀਂ ਪੁੱਛੇਗਾ, ਅੱਗੇ ਉਹ ਪੁੱਛ ਸਕਦਾ ਵਾ। ਸਟੈਟਿਕ GK ਦਾ ਮਤਲਬ ਹੀ ਇਹੀ ਹੈ ਕਿ ਕੁਝ ਵੀ ਕਿਤੋਂ ਮਰਜ਼ੀ ਪਾ ਸਕਦੇ ਨੇ ਉਹ। ਦੇਖੋ ਜੀ ਗਿਰ ਨੈਸ਼ਨਲ ਪਾਰਕ ਆ ਜੀ ਗੁਜਰਾਤ ਦੇ ਵਿੱਚ ਸਥਿਤ ਆ। ਪਹਿਲੀ ਗੱਲ ਤਾਂ ਤੁਹਾਨੂੰ ਇਹ ਪਤਾ ਹੋਣੀ ਚਾਹੀਦੀ, ਗਿਰ ਤੋਂ ਯਾਦ ਕਰਨ ਦਾ ਸਿੱਧਾ ਤਰੀਕਾ ਜੀ ਤੋਂ ਗਿਰ, ਜੀ ਤੋਂ ਗੁਜਰਾਤ, ਬਸ ਸਿੱਧਾ ਯਾਦ ਕਰ ਲਿਓ। ਬਹੁਤ ਵਾਰ ਪੇਪਰ ਦੇ ਵਿੱਚ ਇਹ ਚੀਜ਼ ਪੁੱਛ ਚੁੱਕੇ ਆ, ਠੀਕ ਹੈ ਜੀ। ਹੁਣ ਜੇਕਰ ਇੱਕ ਕੁਐਸਚਨ ਬਹੁਤ ਜ਼ਿਆਦਾ ਪੁੱਛਦੇ ਆ ਜੀ, UP ਦੇ ਵਿੱਚ ਨਾ ਇੱਕ ਆਪਣਾ ਬਹੁਤ ਨੈਸ਼ਨਲ ਪਾਰਕ ਆ ਮਸ਼ਹੂਰ, ਦੁਧਵਾ ਨੈਸ਼ਨਲ ਪਾਰਕ। ਦੁਧਵਾ ਨੈਸ਼ਨਲ ਪਾਰਕ ਨੋਟ ਕਰ ਲਓ ਜੀ, ਪੇਪਰ ਦੇ ਵਿੱਚ ਬਹੁਤ ਵਾਰ ਪੁੱਛਿਆ ਜਾ ਚੁੱਕਿਆ। ਦੁਧਵਾ ਨੈਸ਼ਨਲ ਪਾਰਕ ਕਿੱਥੇ ਸਥਿਤ ਆ ਜੀ? UP ਦੇ ਵਿੱਚ। ਇੱਕ ਨਾ ਉੱਤਰਾਖੰਡ ਦੇ ਵਿੱਚ, ਆ ਜਿਹੜਾ ਉੱਤਰਾਖੰਡ ਦਿੱਤਾ ਹੋਇਆ, ਇਹਦੇ ਵਿੱਚ ਬਹੁਤ ਨੈਸ਼ਨਲ ਪਾਰਕ ਸਥਿਤ ਆ। ਇਹਦੇ ਵਿੱਚ ਜ਼ਿਆਦਾਤਰ ਜਿੱਦਾਂ ਕਿ ਗੰਗੋਤਰੀ ਹੋ ਗਿਆ, ਦੇਖ ਲਓ ਜੀ, ਹੁਣ ਗੰਗੋਤਰੀ ਹੋ ਗਿਆ। ਇੱਕ ਰਾਜਾ ਜੀ ਨੈਸ਼ਨਲ ਪਾਰਕ, ਇਹ ਵੀ ਆਪਣਾ ਇਹਦੇ ਵਿੱਚ ਸਥਿਤ ਆ। ਇੱਕ ਨਾ GAIM ਨੈਸ਼ਨਲ ਪਾਰਕ, ਇਹ ਵੀ ਇੱਥੇ ਸਥਿਤ ਆ। ਇੱਕ ਵੈਲੀ ਆਫ ਫਲਾਵਰ, ਇਹ ਤਾਂ ਮੇਰਾ ਤੁਹਾਨੂੰ ਕਰਵਾਇਆ ਵੀ ਹੋਇਆ ਵਾ, ਵੈਲੀ ਆਫ ਫਲਾਵਰ ਆ ਜਿਹੜਾ, ਇਹ ਵੀ ਉੱਤਰਾਖੰਡ ਦੇ ਵਿੱਚ ਸਥਿਤ ਆ। ਤਾਂ ਇਹ ਵਾਲੇ ਨੇ ਬਹੁਤ ਜ਼ਿਆਦਾ ਇਹ ਸਥਿਤ ਆ। ਇੱਕ ਸ਼ਾਇਦ ਨੰਦਾ ਦੇਵੀ ਵੀ ਇੱਥੇ ਹੀ ਆ, ਇਹ ਚੈੱਕ ਕਰ ਲਿਓ, ਠੀਕ ਆ, ਕ੍ਰੋਸ ਚੈੱਕ ਕਰ ਲਿਓ, ਮੈਨੂੰ ਪੱਕਾ ਕਨਫਰਮ ਨਹੀਂਗਾ। ਨੰਦਾ ਦੇਵੀ ਸ਼ਾਇਦ ਉੱਤਰਾਖੰਡ ਦੇ ਵਿੱਚ ਹੀ ਆ ਨੈਸ਼ਨਲ ਪਾਰਕ, ਇਹ ਜ਼ਰੂਰ ਇੱਕ ਵਾਰੀ ਵੈਰੀਫਾਈ ਕਰ ਲਿਓ, ਠੀਕ ਆ। ਸੋ ਇਹ ਚੀਜ਼ਾਂ ਨੇ। ਇੱਕ ਕਰਨਾਟਕ ਦੇ ਵਿੱਚ, ਆ ਜਿਹੜਾ ਕਰਨਾਟਕਾ ਨਾ, ਕਰਨਾਟਕ ਦੇ ਵਿੱਚ ਬੰਦੀਪੁਰ ਨੈਸ਼ਨਲ ਪਾਰਕ ਆ, ਬੰਦੀਪੁਰ ਨੈਸ਼ਨਲ ਪਾਰਕ ਆ। ਸੋ ਮੈਂ ਕੋਈ ਗੱਲ ਨਹੀਂ, ਤੁਹਾਨੂੰ ਵੈਸੇ ਮੈਂ PDF ਸ਼ੇਅਰ ਕਰ ਦੂੰਗਾ, ਸੋ ਨੋਟ ਨਾ ਕਰਿਓ ਬੇਸ਼ੱਕ ਇਹ ਵਾਲੀਆਂ ਚੀਜ਼ਾਂ। ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਉੱਪਰ ਕਰਵਾਈਆਂ ਨੇ ਉਹ ਜ਼ਰੂਰ ਨੋਟ ਕਰ ਲਿਓ, ਜਿਹੜੇ ਸਿੱਧੇ ਕੁਐਸਚਨ ਬਣਦੇ, ਜਿੱਦਾਂ ਉਹ ਸਿਟੀਆਂ ਦੇ ਨੇਮ ਕਰਵਾਏ ਸੀ ਨਾ, ਉਹ ਕਰ ਲਿਓ ਜ਼ਰੂਰ। ਤਾਂ ਜੀ ਹੁਣ ਨੈਕਸਟ ਆ ਗਿਆ ਜੀ ਸਾਡੇ ਕੋਲ, ਇਹਨਾਂ ਦੇ ਵਿੱਚੋਂ ਕਿਹੜਾ ਸਟੇਡੀਅਮ ਆ ਜਿਹੜਾ ਨਵੀਂ ਦਿੱਲੀ 'ਚ ਆ? ਚਿੰਨਾ ਸਵਾਮੀ ਸਟੇਡੀਅਮ, ਵਾਨਖੇੜੇ ਸਟੇਡੀਅਮ, ਈਡਨ ਗਾਰਡਨ ਜਾਂ ਫਿਰੋਜ਼ ਸ਼ਾਹ ਕੋਟਲਾ। ਇਹ ਕ੍ਰਿਕਟ ਦੇ ਸਟੇਡੀਅਮ ਆ, ਪਹਿਲੀ ਗੱਲ ਤਾਂ ਸਾਰੇ, ਠੀਕ ਆ, ਚਾਰੇ। ਇਹਨਾਂ 'ਚ ਉਹਨਾਂ ਨੇ ਪੁੱਛਿਆ ਨਿਊ ਦਿੱਲੀ 'ਚ ਕਿਹੜਾ। ਕਈ ਵਾਰ ਨਾ ਸਟੇਡੀਅਮ ਦੇ ਉੱਤੇ ਕੁਐਸਚਨ ਬਣ ਜਾਂਦੇ ਹੁੰਦੇ ਨੇ, ਸਿੱਧੇ ਕੁਐਸਚਨ ਪੁੱਛੇ ਜਾਂਦੇ ਨੇ। ਦੇਖੋ ਜੀ ਦਿੱਲੀ ਦੇ ਵਿੱਚ ਹੈਗਾ ਜੀ, ਇਹਦਾ ਕਰੈਕਟ ਆਨਸਰ ਬਣਦਾ ਫਿਰੋਜ਼ ਸ਼ਾਹ ਕੋਟਲਾ ਹੈਗਾ ਜੀ ਦਿੱਲੀ 'ਚ। ਜੇਕਰ ਚਿੰਨਾ ਸਵਾਮੀ ਤੁਹਾਨੂੰ ਪੁੱਛਿਆ ਜਾਵੇ, ਇਹ ਹੈਗਾ ਜੀ ਬੈਂਗਲੌਰ ਦੇ ਵਿੱਚ, ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਤੇ ਜੀ ਵਾਨਖੇੜੇ ਸਟੇਡੀਅਮ ਤੁਹਾਨੂੰ ਸਾਰਿਆਂ ਨੂੰ ਪਤਾ ਮੁੰਬਈ ਦੇ ਵਿੱਚ ਸਥਿਤ ਆ। 2011 ਦੇ ਵਿੱਚ ਫਾਈਨਲ ਹੋਇਆ ਸੀ ਜੀ ਇੱਥੇ। 2011 ਦਾ ਜਿਹੜਾ ਵਰਲਡ ਕੱਪ ਇੰਡੀਆ ਨੇ ਸ਼੍ਰੀਲੰਕਾ ਨੂੰ ਹਰਾ ਕੇ ਜਿੱਤਿਆ ਸੀ, 2011 'ਚ ਫਾਈਨਲ ਹੋਇਆ ਸੀ, ਜਿਹਦੇ ਵਿੱਚ ਕਿ ਇਹ ਵਾਨਖੇੜੇ ਸਟੇਡੀਅਮ ਦੇ ਵਿੱਚ ਹੀ ਹੋਇਆ ਸੀ। ਤਾਂ ਕਰਕੇ ਇਹ ਇਤਿਹਾਸਕ ਮਹੱਤਤਾ ਰੱਖਦਾ ਵਾ। ਜਿਹੜੀ ਚੀਜ਼ ਇਸ ਤਰ੍ਹਾਂ ਦੇ ਨਾਲ ਨਾ ਕੋਈ ਬਹੁਤ ਜ਼ਿਆਦਾ ਇੰਪੋਰਟੈਂਟ ਚੀਜ਼ ਹੋਈ ਹੁੰਦੀ ਆ ਉੱਥੇ। ਹੁਣ ਇਹਨਾਂ ਨੇ ਜਿੱਤਿਆ ਵਾ ਤਾਂ ਪਤਾ 1983 'ਚ ਆਪਾਂ ਨੂੰ ਪਤਾ ਕਿ ਹਾਂ ਜੀ ਲਾਰਡਸ ਦੇ ਮੈਦਾਨ ਦੇ ਉੱਤੇ ਜਿੱਤਿਆ ਸੀਗਾ ਇਹਨਾਂ ਨੇ, ਕਪਿਲ ਦੇਵ ਨੇ ਵਰਲਡ ਕੱਪ। ਤਾਂ ਇਹ ਚੀਜ਼ਾਂ ਤੁਹਾਨੂੰ ਥੋੜੀਆਂ ਰਿਲੇਟ ਕਰਕੇ ਪੜ੍ਹ ਲਿਆ ਕਰੋ, ਤਾਂ ਆਰਾਮ ਦੇ ਨਾਲ ਤੁਹਾਡਾ ਸੋਲਵ ਹੋ ਜਾਂਦਾ ਵਾ। ਤਾਂ ਜੀ ਆ 2011 ਵਾਲਾ ਆਪਣਾ ਵਾਨਖੇੜੇ ਸਟੇਡੀਅਮ ਮੁੰਬਈ ਦੇ ਵਿੱਚ ਸਥਿਤ ਆ। ਤੇ ਈਡਨ ਗਾਰਡਨ ਤੁਹਾਨੂੰ ਸਾਰਿਆਂ ਨੂੰ ਪਤਾ ਬੜਾ ਮਸ਼ਹੂਰ ਸਟੇਡੀਅਮ ਆ ਜੀ, ਕਲਕੱਤੇ 'ਚ ਸਥਿਤ ਆ। ਨੈਕਸਟ ਚੱਲਦੇ ਹਾਂ ਜੀ। ਹਾਂਜੀ, ਇੰਟਰਨੈਸ਼ਨਲ ਓਲੰਪਿਕ ਡੇ ਉਹਨਾਂ ਨੇ ਪੁੱਛਿਆ ਜੀ, ਇੰਟਰਨੈਸ਼ਨਲ ਓਲੰਪਿਕ ਡੇ ਕਦੋਂ ਸੈਲੀਬ੍ਰੇਟ ਕੀਤਾ ਜਾਂਦਾ? ਬਹੁਤ ਇੰਪੋਰਟੈਂਟ ਕੁਐਸਚਨ ਬਣਦਾ ਵਾ, ਠੀਕ ਆ ਜੀ। ਸੋ ਇਹ ਸੈਲੀਬ੍ਰੇਟ ਕੀਤਾ ਜਾਂਦਾ ਜੀ 23 ਜੂਨ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਇੰਟਰਨੈਸ਼ਨਲ ਓਲੰਪਿਕ ਡੇ। ਇਹਦੀ ਜੇਕਰ ਆਪਾਂ ਨੂੰ ਥੀਮ ਪੁੱਛ ਲੈਣ ਕਿ 2022 ਦੇ ਵਿੱਚ ਇਹਦੀ ਥੀਮ ਕੀ ਆ ਜੀ? ਟੂਗੈਦਰ ਫॉर ਏ ਪੀਸਫੁਲ ਵਰਕ, ਟੂਗੈਦਰ ਫॉर ਇਹ ਪੀਸਫੁਲ ਵਰਕ। ਸ਼ਾਇਦ ਮੈਂ ਤੁਹਾਨੂੰ ਕਰਵਾਤਾ ਹੋਊਗਾ, ਪਰ ਫਿਰ ਵੀ ਲਿਖ ਲਓ ਤੁਸੀਂ, ਠੀਕ ਹੈ ਜੀ। ਪੀਸਫੁਲ ਵਰਕ ਇਹ ਹੈਗੀ ਆ ਜੀ ਇਹਦੀ 2022 ਦੀ ਥੀਮ। ਤਾਂ ਜੀ ਇਹਦੇ ਵਿੱਚ ਆਹ ਦੇਖੋ ਜੀ, ਆਹ ਕੁਐਸਚਨ ਪੇਪਰ ਦੇ ਵਿੱਚ ਆ ਚੁੱਕਿਆ ਵਾ। ਇਹ ਵਾਲੇ ਜਿਹੜੀ ਇਹਨਾਂ ਦੇ PSSB ਵੀ ਪੁੱਛ ਚੁੱਕਿਆ ਵਾ ਇਹ ਕੁਐਸਚਨ ਕਿ ਇਹਨਾਂ ਚੋਂ ਕਿਹੜਾ ਅਵਾਰਡ ਆ ਜਿਹੜਾ ਕਿ ਕੰਟਰੀਬਿਊਸ਼ਨ ਲਈ ਦਿੱਤਾ ਜਾਂਦਾ ਕੋਚਾਂ ਨੂੰ ਕਿਹੜਾ ਅਵਾਰਡ ਦਿੱਤਾ ਜਾਂਦਾ ਸਪੈਸ਼ਲ, ਜਿਹੜੀ ਕੰਟਰੀਬਿਊਸ਼ਨ ਹੁੰਦਾ ਰਿਕੋਗਨਾਈਜੇਸ਼ਨ ਦੇ ਵਿੱਚ, ਠੀਕ ਹੈ ਜੀ, ਕੋਚਸ ਨੂੰ ਸਪੋਰਟਸ ਦੇ ਵਿੱਚ, ਖੇਡਾਂ ਦੇ ਵਿੱਚ ਜੀ। ਦਰੋਣਾਚਾਰੀਆ ਅਵਾਰਡ ਆ ਜੀ, ਸਿੱਧਾ ਕੁਐਸਚਨ ਬਣਦਾ। ਸਭ ਤੋਂ ਸੌਖਾ ਕੁਐਸਚਨ ਆਪਣੀ ਇਸ ਅੱਜ ਦੀ ਕਲਾਸ ਦਾ, ਦਰੋਣਾਚਾਰੀਆ ਅਵਾਰਡ। ਅਰਜੁਨ ਅਵਾਰਡ ਵੀ ਸਪੋਰਟਸ ਖੇਤਰ ਦੇ ਵਿੱਚ ਦਿੱਤਾ ਜਾਂਦਾ, ਠੀਕ ਆ।
ਹੁਣ ਆਪਾਂ ਨੈਕਸਟ ਆਪਾਂ ਅਵਾਰਡ ਕਰਦੇ ਹਾਂ ਨਾ, ਉਹਦੇ 'ਚ ਮੈਂ ਤੁਹਾਨੂੰ ਇਹ ਅਵਾਰਡ ਕਰਵਾ ਦਾਂਗਾ। ਮੇਜਰ ਧਿਆਨ ਚੰਦ ਖੇਲ ਰਤਨ ਅਵਾਰਡ, ਜਿਹਨੂੰ ਪਹਿਲਾਂ ਕਿ ਰਾਜੀਵ ਗਾਂਧੀ ਖੇਲ ਰਤਨ ਅਵਾਰਡ ਕਹਿੰਦੇ ਸੀ, 2020-21 ਦੇ ਵਿੱਚ ਇਹਦਾ ਨਾਮ ਚੇਂਜ ਕਰਕੇ ਮੇਜਰ ਧਿਆਨ ਚੰਦ ਖੇਲ ਰਤਨ ਅਵਾਰਡ ਕਰਤਾ ਸੀ। ਤਾਂ ਜੀ ਠੀਕ ਆ, ਸੋ ਇਹ ਵਾਲੀਆਂ ਚੀਜ਼ਾਂ ਥੋੜ੍ਹੀਆਂ ਰਿਲੇਟ ਕਰਕੇ ਪੜ੍ਹ ਲਿਓ। ਨੈਕਸਟ ਕੁਐਸਚਨ ਆ ਗਿਆ ਜੀ ਹੁਣ ਕਲਿੰਗ ਪੁਰਸਕਾਰ। ਕਲਿੰਗਾ ਪ੍ਰਾਈਜ਼ ਜਿਹੜਾ ਪੁੱਛਿਆ ਜੀ ਕਿਹੜੀ ਫੀਲਡ ਨਾਲ ਰਿਲੇਟਡ ਆ, ਬਹੁਤ ਵਾਰ ਪੇਪਰ 'ਚ ਇਹ ਕੁਐਸਚਨ ਪੁੱਛਿਆ ਜਾ ਚੁੱਕਿਆ। ਸੋ ਮੈਂ ਇਹਦੇ ਵਿੱਚ ਜ਼ਿਆਦਾਤਰ ਉਹੀ ਕੁਐਸਚਨ ਲੈ ਕੇ ਆਏ ਆ ਜਿਹੜੇ ਕਿ ਪ੍ਰੀਵੀਅਸ ਈਅਰ ਪੇਪਰਾਂ ਦੇ ਵਿੱਚ ਪੁੱਛੇ ਜਾ ਚੁੱਕੇ ਨੇ, ਕਿਉਂਕਿ ਸਟੈਟਿਕ ਜੀਕੇ ਦੇ ਵਿੱਚ ਬਹੁਤ ਜ਼ਿਆਦਾ ਕੁਐਸਚਨ ਬਣ ਜਾਂਦੇ ਨੇ, ਪਰ ਇਹਦੇ ਵਿੱਚ ਆਪਾਂ ਜ਼ਿਆਦਾਤਰ ਟਰਾਈ ਕਰਦੇ ਹਾਂ ਕਿ ਪ੍ਰੀਵੀਅਸ ਈਅਰ ਕੁਐਸਚਨ ਜ਼ਿਆਦਾ ਕਰ ਲਈਏ, ਕਿਉਂਕਿ ਪ੍ਰੀਵੀਅਸ ਈਅਰ ਕੁਐਸਚਨ ਜਿੰਨੇ ਤੁਸੀਂ ਵੱਧ ਕਰੋਗੇ, ਕਿਉਂਕਿ ਉਹਦੇ ਵਿੱਚ ਜ਼ਿਆਦਾਤਰ ਰਿਪੀਟਡ ਹੁੰਦੇ ਨੇ ਕੁਐਸਚਨ। ਤਾਂ ਜੀ ਕਲਿੰਗਾ ਪ੍ਰਾਈਜ਼ ਆ ਜਿਹੜਾ ਉਹ ਕਿਹੜੀ ਫੀਲਡ ਦੇ ਨਾਲ ਰਿਲੇਟਡ ਆ, ਸਾਇੰਸ, ਜਰਨਲਿਜ਼ਮ, ਸਪੋਰਟਸ ਜਾਂ ਸਿਨੇਮਾ। ਇਹ ਹੈਗਾ ਜੀ ਸਾਇੰਸ ਦੇ ਨਾਲ ਰਿਲੇਟਡ, ਬਹੁਤ 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 ਇੰਪੋਰਟੈਂਟ ਕੁਐਸਚਨ ਪੁੱਛਿਆ ਜਾਂਦਾ ਵਾ ਇਹ ਪੇਪਰ ਦੇ ਵਿੱਚ। ਸਾਇੰਸ ਦੇ ਨਾਲ ਕਲਿੰਗਾ ਪ੍ਰਾਈਜ਼ ਰਿਲੇਟਡ ਕਰਦਾ। ਜੇਕਰ ਇਹ ਪੁੱਛੇ ਕਿ ਇਹ ਕਦੋਂ ਸ਼ੁਰੂ ਹੋਇਆ ਸੀ, 1952 'ਚ ਸ਼ੁਰੂ ਹੋਇਆ ਸੀ। ਇਹ ਪਹਿਲੀ ਵਾਰ ਕਿਹਨੂੰ ਮਿਲਿਆ ਸੀ ਜੀ, ਇਹ ਸੀਗਾ ਜੀ ਕੋਈ ਲੂਇਸ ਡੀ ਬਰੋਗੀ ਕਰਕੇ ਸੀਗਾ, ਇਦਾਂ ਕਰਕੇ, ਠੀਕ ਹੈ ਜੀ। ਸੋ ਲੂਇਸ ਡੀ ਬਰੋਗੀ ਨੂੰ 1952 ਦੇ ਵਿੱਚ ਸਭ ਤੋਂ ਪਹਿਲਾਂ ਮਿਲਿਆ ਸੀ। ਤਾਂ ਇਹਦੇ ਵਿੱਚ ਜੇਕਰ ਆਪਾਂ ਨੂੰ ਕੁਐਸਚਨ ਪੁੱਛਿਆ ਜਾਵੇ ਕਿ 2021 'ਚ, 2022 ਦਾ ਤਾਂ ਸ਼ਾਇਦ ਅਜੇ ਤੱਕ ਅਨਾਉਂਸ ਨਹੀਂ ਹੋਇਆ, 2021 ਦੇ ਵਿੱਚ ਜੀਨ ਪਿਰੀ ਲੂਮਨ ਨੂੰ ਦਿੱਤਾ ਗਿਆ ਵਾ, ਠੀਕ ਆ, ਇਹ ਯਾਦ ਕਰ ਲਿਓ, ਜੀਨ ਪਿਰੀ ਲੂਮਨ ਇਦਾਂ ਦਾ ਕੋਈ ਨਾਮ ਆ, ਠੀਕ ਆ। ਸੋ ਦੇਖ ਲਿਓ ਇੱਕ ਵਾਰੀ, ਮੇਰਾ ਤੁਹਾਨੂੰ ਕਰਵਾਇਆ ਹੋਇਆ ਕਰੰਟ ਅਫੇਅਰ 'ਚ ਸ਼ਾਇਦ ਇਹ, ਠੀਕ ਹੈ ਜੀ। 55 ਨੰਬਰ ਕੁਐਸਚਨ ਦਾ ਇਹ ਆਨਸਰ ਬਣ ਗਿਆ, ਠੀਕ ਆ। ਹੁਣ ਇੱਕ ਨਾ ਪੇਪਰ ਦੇ ਵਿੱਚ ਕਈ ਵਾਰ ਨਾ ਆਪਣਾ ਜਿਹੜਾ ਇੰਡੀਅਨ, ਕਿੰਨੇ ਇੰਡੀਅਨ ਨੂੰ ਮਿਲ ਭਾਰਤੀ ਮੂਲ ਦੇ 5 ਵਿਅਕਤੀਆਂ ਨੂੰ ਅਜੇ ਤੱਕ ਮਿਲ ਚੁੱਕਿਆ ਵਾ ਇਹ, ਠੀਕ ਆ। ਜੇਕਰ ਨਰਿੰਦਰ ਕੁਮਾਰ ਸਹਿਗਲ ਨੇ ਇਹ, ਠੀਕ ਆ ਜੀ, ਨਰਿੰਦਰ ਕੁਮਾਰ NK ਸਿੰਗਾਲ, ਠੀਕ ਹੈ ਜੀ, NK ਸਿੰਗਾਲ ਨਾਮ ਆ ਇਹਨਾਂ ਦਾ। ਇਹਨਾਂ ਨੂੰ 1991 ਦੇ ਵਿੱਚ ਮਿਲਿਆ ਸੀਗਾ ਸਾਇੰਸ ਫੀਲਡਿੰਗ ਲਈ ਜੀ। ਅੰਡਰ ਹੈਂਡ ਤੇ ਓਵਰਹੈਡ ਇਹਨਾਂ ਦੇ ਵਿੱਚੋਂ ਕਿਹੜੀਆਂ ਖੇਡਾਂ ਦੇ ਨਾਲ ਸੰਬੰਧਿਤ ਨੇ ਜੀ ਇਹ, ਬਾਸਕਟਬਾਲ, ਰੈਸਲਿੰਗ ਤੇ ਨੈਕਸਟ ਆਰਚੀ ਜਾਂ ਨੈਕਸਟ ਆਪਣਾ ਸਵਿਮਿੰਗ, ਠੀਕ ਹੈ ਜੀ। ਇਹ ਸ਼ਾਇਦ ਮੈਨੂੰ ਲੱਗਦਾ ਇਹ ਟਰਮ ਮੈਂ ਤੁਹਾਨੂੰ ਕਰਵਾਈ ਹੋਈ ਆ, ਜੇਕਰ ਨਹੀਂ ਵੀ ਕਰਵਾਈ ਹੋਈ ਪਲੀਜ਼ ਇਹਨੂੰ ਨੋਟ ਕਰ ਲਿਆ, ਕਿਉਂਕਿ ਮੈਨੂੰ ਲੱਗਦਾ ਵੀ ਇਹ ਚੀਜ਼ ਮੇਰੇ ਤੋਂ ਮਿਸ ਹੋ ਗਈ ਜਿਹੜੀ ਤੁਹਾਨੂੰ ਟਰਮਸ ਕਰਾਈਆਂ ਸੀ, ਓਵਰਹੈਂਡ ਤੇ ਅੰਡਰ ਹੈਂਡ। ਇਹ ਜੀ ਬਾਸਕਟਬਾਲ ਦੇ ਵਿੱਚ ਹੁੰਦੀ ਆ, ਨੋਟ ਕਰ ਲਓ ਜੀ ਇਹਨੂੰ ਆਪਦੀ ਕਾਪੀ ਦੇ ਉੱਤੇ, ਬਾਸਕਟਬਾਲ ਦੇ ਵਿੱਚ ਯੂਜ਼ ਹੁੰਦੀ ਆ ਅੰਡਰ ਹੈਂਡ ਜਾਂ ਓਵਰਹੈਡ ਜਿਹੜੀ ਹੁੰਦੀ ਆ, ਇਹ ਚੀਜ਼ ਤੁਸੀਂ ਨੋਟ ਕਰਨੀ ਆ। ਹੁਣ ਨਾ ਇਹੀ ਕੁਐਸਚਨ ਜਾਨੀ ਕਿ ਬਾਰ-ਬਾਰ ਤੁਹਾਨੂੰ ਇਹੋ ਜਿਹੇ ਕੁਐਸਚਨ ਪੇਪਰ ਦੇ ਵਿੱਚ ਦੇਖਣ ਨੂੰ ਮਿਲਣਗੇ, ਠੀਕ ਆ, ਵੀ ਹਾਂਜੀ ਆਹ ਕਿਹਦੇ ਨਾਲ ਸੰਬੰਧਿਤ ਆ, ਕਿਹਦੇ ਨਾਲ। ਹੁਣ ਆਹ ਦੇਖ ਲਓ ਜੀ, ਫੇਰ ਵਾਕਰ ਕੱਪ ਆ ਪੁੱਛਿਆ ਜਾ ਚੁੱਕਿਆ 2021 ਚ, PSSB ਨੇ ਪੁੱਛ ਲਿਆ ਹੋਇਆ ਕਿ ਵਾਕਰ ਕੱਪ ਕਿਹਦੇ ਨਾਲ ਸੰਬੰਧਿਤ ਆ। ਸੋ ਇਹ ਤੁਹਾਨੂੰ ਸਾਰਿਆਂ ਨੂੰ ਯਾਦ ਹੋਊਗਾ, ਆਪਣਾ ਬਹੁਤ ਵਾਰ ਕਰਾਇਆ ਹੋਇਆ, ਗੋਲਫ ਦੇ ਨਾਲ ਸੰਬੰਧਿਤ ਆ ਇਹ, ਠੀਕ ਆ ਜੀ। ਜੇ ਇੱਕ ਨਾ ਬਹੁਤ ਜ਼ਿਆਦਾ ਕਨਫਿਊਜ਼ਨ ਕੁਐਸਚਨ ਬਣਦਾ ਵਾ, ਨਹਿਰੂ ਕੱਪ ਤੇ ਨਹਿਰੂ ਟਰਾਫੀ, ਇਹ ਵੀ PSSB 2021 ਚ ਪੁੱਛ ਚੁੱਕਿਆ ਵਾ। ਇੱਕ ਨਹਿਰੂ ਕੱਪ ਹੁੰਦਾ, ਇੱਕ ਹੁੰਦਾ ਜੀ ਨਹਿਰੂ ਟਰਾਫੀ, ਇਹ ਦੋ ਚੀਜ਼ਾਂ ਨੇ। ਤਾਂ ਜੀ ਇਹਦੇ ਵਿੱਚ ਨਾ ਤੁਸੀਂ ਬਸ ਇਹ ਚੀਜ਼ ਯਾਦ ਰੱਖਣੀ ਆ ਕਿ ਟਰਾਫੀ ਤੇ ਕੱਪ ਦੇ ਵਿੱਚ ਫਰਕ ਆ। ਜਿਹੜਾ ਕੱਪ ਵਾ, ਕੱਪ ਦਿੱਤਾ ਜਾਂਦਾ ਜੀ ਫੁੱਟਬਾਲ 'ਚ, ਕੱਪ ਦਿੱਤਾ ਜਾਂਦਾ ਜੀ ਫੁੱਟਬਾਲ। ਜਿਹੜੀ ਟਰਾਫੀ ਆ ਗਈ, ਟਰਾਫੀ ਇੱਕ ਹਾਕੀ ਦੇ ਖੇਤਰ ਦੇ ਵਿੱਚ ਹੁੰਦੀ ਆ ਇਹ, ਤੇ ਇੱਕ ਨਾ ਬੋਟ ਰੇਸ ਹੁੰਦੀ ਆ। ਬੋਟ ਰੇਸ ਜ਼ਰੂਰ ਯਾਦ ਕਰ ਲਓ, ਇੱਕ ਬੋਟ ਰੇਸ ਦੇ ਵਿੱਚ ਵੀ ਨਹਿਰੂ ਟਰਾਫੀ ਦਿੱਤੀ ਜਾਂਦੀ ਆ, ਠੀਕ ਹੈ ਜੀ। ਸੋ ਇਹ ਹੋ ਗਿਆ, ਕੱਪ ਹੋ ਗਿਆ ਫੁੱਟਬਾਲ ਨਾਲ ਤੇ ਟਰਾਫੀ ਹੋ ਗਿਆ ਆਪਣਾ ਹਾਕੀ ਦੇ ਨਾਲ। ਸੋ ਕ੍ਰਿਕਟ ਦੇ ਨਾਲ ਤਾਂ ਤੁਹਾਨੂੰ ਸਾਰੇ ਟੂਰਨਾਮੈਂਟ ਪਤਾ ਹੀ ਆ ਕਿ ਹਾਂਜੀ IPL ਹੁੰਦਾ ਵਾ, ਏਸ਼ੀਆ ਸੀਰੀਜ਼ ਜਿਹੜੀ ਇੰਗਲੈਂਡ ਤੇ ਆਸਟ੍ਰੇਲੀਆ ਦੇ ਵਿੱਚ ਹੁੰਦੀ ਆ, PSL ਹੁੰਦੀ ਆ ਆਪਣਾ, ਇਹ ਸਾਰੀ ਚੀਜ਼ਾਂ ਤੁਹਾਨੂੰ ਪਤਾ ਹੋਊਗਾ, ਠੀਕ ਆ। ਏਸ਼ੀਆ ਕੱਪ ਹੋ ਗਿਆ ਜਿਹੜਾ, ਹਨਾ, ਸਾਰੇ ਤੁਹਾਨੂੰ ਮੈਂ ਬਹੁਤ ਚੰਗੀ ਤਰ੍ਹਾਂ ਕਰਵਾਏ ਹੋਏ ਨੇ। ਗੋਲਡਨ ਗਲੋਬ ਅਵਾਰਡ ਜਿਹੜਾ ਵਾ, ਇਹਨਾਂ ਚੋਂ ਕਿਹੜੇ ਖੇਤਰ ਦੇ ਨਾਲ ਸੰਬੰਧਿਤ ਆ, ਇਹ ਵਾਲੀ ਚੀਜ਼ ਦੇਖੋ ਜੀ। ਗਲੋਬ ਅਵਾਰਡ, ਗੋਲਡਨ ਗਲੋਬ ਅਵਾਰਡ ਆ ਜਿਹੜਾ ਫਿਲਮ ਐਂਡ ਟੈਲੀਵਿਜ਼ਨ ਦੇ ਨਾਲ ਸੰਬੰਧਿਤ। ਜੇਕਰ ਤੁਹਾਨੂੰ ਪੇਪਰ ਦੇ ਵਿੱਚ ਆਵੇ ਤਾਂ ਬਿਹਾਰ ਦਾ ਮੈਂ ਤੁਹਾਨੂੰ ਇੱਕ ਵਾਰੀ ਦੱਸ ਦਿੰਦਾ, ਠੀਕ ਆ ਜੀ। ਬਿਹਾਰ ਦੇ ਵਿੱਚ ਨਾ ਵਾਲਮੀਕੀ ਨੈਸ਼ਨਲ ਪਾਰਕ ਆ, ਇਹ ਬਹੁਤ ਮਸ਼ਹੂਰ ਆ, ਵਾਲਮੀਕੀ ਨੈਸ਼ਨਲ ਪਾਰਕ ਆ, ਇਹ ਪੇਪਰ ਦੇ ਵਿੱਚ ਪੁੱਛਿਆ ਜਾਂਦਾ। ਬਿਹਾਰ ਦੇ ਵਿੱਚ ਵਾਲਮੀਕੀ ਨੈਸ਼ਨਲ ਪਾਰਕ ਆ। ਬਾਕੀ ਰਹੀ ਗੱਲ ਮੱਧ ਪ੍ਰਦੇਸ਼ ਦੇ ਜਿਹੜੇ ਨੇ ਬਹੁਤ ਜ਼ਿਆਦਾ ਪੁੱਛੇ ਜਾਂਦੇ ਨੇ। ਸੋ ਇਹ ਮੈਂ ਤੁਹਾਨੂੰ ਨੋਰਮਲ ਜਿਹਾ ਦੱਸ ਦਿੰਦਾ। ਕਾन्हा ਨੈਸ਼ਨਲ ਪਾਰਕ ਵੀ ਆਪਣਾ ਮੱਧ ਪ੍ਰਦੇਸ਼ ਦੇ ਵਿੱਚ ਸਥਿਤ ਆ, ਠੀਕ ਆ ਜੀ। ਬੰਦਵਗੜ੍ਹ ਜਿਹੜਾ ਨੈਸ਼ਨਲ ਪਾਰਕ ਆ ਇਹ ਵੀ ਇੱਥੇ ਆ, ਠੀਕ ਆ ਜੀ। ਮਾਧਵ ਨੈਸ਼ਨਲ ਪਾਰਕ ਇਹ ਵੀ ਆਪਣਾ ਮੱਧ ਪ੍ਰਦੇਸ਼ ਦੇ ਵਿੱਚ ਆ, ਠੀਕ ਆ। ਇਹ ਵਾਲੀਆਂ ਚੀਜ਼ਾਂ ਹੁੰਦੀਆਂ ਨੇ, ਜਦੋਂ ਤੁਸੀਂ ਥੋੜਾ ਕਰਕੇ ਜਦੋਂ ਤੁਸੀਂ ਕਰਨ ਲੱਗੇ ਤਾਂ ਤੁਹਾਨੂੰ ਹੋ ਜਾਏਗਾ। ਇੱਕ ਨਾ ਜੰਮੂ ਐਂਡ ਕਸ਼ਮੀਰ ਦੇ ਵਿੱਚ ਆ ਡਾਂਚੀਗਮ ਨੈਸ਼ਨਲ ਪਾਰਕ, ਇਹ ਕਿੱਥੇ ਆ ਜੀ, ਜੰਮੂ ਐਂਡ, ਇਹ ਬਹੁਤ ਵਾਰ ਪੁੱਛਿਆ ਜਾਂਦਾ ਜੀ, ਨੋਟ ਕਰ ਲਿਓ ਜੀ ਇਹਨੂੰ, ਠੀਕ ਆ। ਨੈਕਸਟ ਚੱਲਦੇ ਹਾਂ ਜੀ ਆਪਾਂ ਕੁਐਸਚਨ, ਯੂ ਆਰ ਯੂਨੀਕ ਕਿਤਾਬ ਦਾ ਜਿਹੜਾ ਲੇਖਕ ਕੌਣ ਆ, ਖੁਸ਼ਵੰਤ ਸਿੰਘ, APJ ਅਬਦੁਲ ਕਲਾਮ। ਨੈਕਸਟ ਆ ਗਿਆ ਸਾਡਾ ਅਰਵਿੰਦਾ ਅਡੀਗਾ ਜਾਂ ਕਿਰਨ ਦੇਸਾਈ। ਸੋ ਬੁੱਕ ਐਂਡ ਆਥਰ ਕੋਈ ਗੱਲ ਨਹੀਂ, ਆਪਾਂ ਕਰਵਾ ਦਾਂਗੇ ਤੁਹਾਨੂੰ, ਠੀਕ ਆ ਜੀ। ਸੋ ਫਿਲਹਾਲ ਇਹ ਕਰ ਲਓ ਤੁਸੀਂ, ਪੇਪਰ ਦੇ ਵਿੱਚ ਪੁੱਛਿਆ ਜਾਂਦਾ। APJ ਅਬਦੁਲ ਕਲਾਮ ਆ ਜਿਹੜੇ ਕਿ ਆਪਣੇ ਯੂ ਆਰ ਯੂਨੀਕ ਦੇ ਜਿਹੜੇ ਲੇਖਕ ਨੇ। ਇੱਕ ਨਾ ਹੋਰ ਬੁੱਕਸ ਨੇ, ਵਿੰਗਸ ਆਫ ਫਾਇਰ, ਇਹ ਪੰਜਾਬ ਪੁਲਿਸ SI 'ਚ ਪੁੱਛ ਲਿਆ ਸੀ ਉਹਨਾਂ ਨੇ। ਵਿੰਗਸ ਆਫ ਫਾਇਰ ਵੀ ਇਹਨਾਂ ਦੀ ਹੀ ਰਚਨਾ ਵਾ। ਜੇਕਰ ਆਪਾਂ ਇੱਕ ਇਹਨਾਂ ਦਾ ਨਾ ਟਰਨਿੰਗ ਪੁਆਇੰਟ ਨਾਮ ਦੀ ਬੁੱਕ ਆ, ਟਰਨਿੰਗ ਪੁਆਇੰਟ, ਕਿਉਂਕਿ ਪੇਪਰ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਇੰਪੋਰਟੈਂਟ ਹੁੰਦੀਆਂ ਨੇ ਉਹ ਪੁੱਛੀਆਂ ਜਾਂਦੀਆਂ ਨੇ, ਠੀਕ ਆ। ਸੋ
ਇਗਨੇਟਡ ਮਾਈਂਡ ਇਦਾਂ ਕਰਕੇ ਵੀ ਹੈਗਾ, ਇੱਕ ਇਗਨੇਟਡ ਮਾਈਂਡ ਕਰਕੇ ਵੀ ਇਹਨਾਂ ਦੀ ਰਚਨਾਵਾਂ, ਇੱਕ ਹੋਰ ਆ ਨਾ ਨਾ ਜੀਵਨਾ ਗਾਨੋਮਗਨ ਇਦਾਂ ਦੇ ਕਰਕੇ, ਠੀਕ ਹੈ ਜੀ। ਸੋ ਇਹ ਚੀਜ਼ਾਂ ਤੁਹਾਨੂੰ ਯਾਦ ਹੋਣੀਆਂ ਚਾਹੀਦੀਆਂ ਨੇ। ਤਾਂ ਜੀ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਜਿਹੜਾ ਇੰਟਰਨੈਸ਼ਨਲ 에ਅਰਪੋਰਟ ਆ ਉਹ ਕਿਹੜੇ ਸ਼ਹਿਰ ਦੇ ਵਿੱਚ ਸਥਿਤ ਆ? ਕਲਕੱਤੇ 'ਚ, ਗੁਹਾਟੀ 'ਚ, ਪਟਨਾ 'ਚ ਜਾਂ ਲਖਨਊ 'ਚ? ਸਿੱਧੇ ਸਿੱਧੇ ਕੁਐਸਚਨ ਪੁੱਛ ਲੈਂਦੇ ਆ ਜੀ ਕਈ ਵਾਰ। ਸੋ 62ਵੇਂ ਦਾ ਸਹੀ ਆਨਸਰ ਆਪਣਾ ਬਣਦਾ ਜੀ ਕਲਕੱਤੇ 'ਚ ਸਥਿਤ ਆ ਜੀ ਇਹ, ਠੀਕ ਹੈ। ਨੇਤਾ ਜੀ ਸੁਭਾਸ਼ ਚੰਦਰ ਅੰਤਰਰਾਸ਼ਟਰੀ 에ਅਰਪੋਰਟ, ਜਿਹੜੇ ਖਾਸ ਕਰ ਮਸ਼ਹੂਰ ਹੁੰਦੇ ਨੇ। ਹੁਣ ਬਿਹੂ ਨਾਚ ਆ, ਜਿਹੜਾ ਬਿਹੂ ਡਾਂਸ ਆ, ਉਹ ਫੋਕ ਡਾਂਸ ਆ ਕਿਹੜੀ ਸਟੇਟ ਦਾ? ਕਿਹੜੀ ਸਟੇਟ ਦਾ ਬਾਜੀ? ਇਹ ਹੈਗਾ ਜੀ ਹਿਮਾਚਲ ਦਾ, ਗੁਜਰਾਤ ਦਾ, ਹਰਿਆਣਾ ਦਾ ਜਾਂ ਅਸਾਮ ਦਾ? ਇਹਦਾ ਸਹੀ ਆਨਸਰ ਬਣਦਾ ਜੀ ਅਸਾਮ। ਸੋ ਹੁਣ ਆਪਣੇ ਐਂਡ ਵਾਲੇ ਚੱਲਦੇ ਆ ਮਿੰਟ, ਤਾਂ ਕਰਕੇ ਆਪਾਂ ਥੋੜਾ ਜਿਹਾ ਤੇਜ਼ੀ ਨਾਲ ਕਰ ਰਹੇ ਹਾਂ ਜੀ। ਡਿਜ਼ਰਟ ਨੈਸ਼ਨਲ ਪਾਰਕ ਕਿਹੜੀ ਸਟੇਟ ਦੇ ਵਿੱਚ ਸਥਿਤ ਆ ਜੀ? ਹਰਿਆਣਾ, ਰਾਜਸਥਾਨ, ਪੰਜਾਬ ਜਾਂ ਗੁਜਰਾਤ? ਸੋ ਜੀ ਬਿਲਕੁਲ ਸਹੀ ਜੀ, ਡਿਜ਼ਰਟ ਨੈਸ਼ਨਲ ਪਾਰਕ ਹੈਗਾ ਜੀ ਰਾਜਸਥਾਨ ਦੇ ਵਿੱਚ ਸਥਿਤ। ਸੋ ਇਹ ਵੀ ਪੇਪਰ ਦੇ ਵਿੱਚ ਰਿਪੀਟਡ ਕੁਐਸਚਨ ਹੁੰਦਾ। ਮਾਈਕਰੋਸਾਫਟ ਦਾ ਹੈੱਡਕੁਆਟਰ ਦੱਸੋ ਜੀ ਕਿੱਥੇ ਆ? ਵਾਸ਼ਿੰਗਟਨ ਦੇ ਵਿੱਚ, ਲੰਡਨ 'ਚ, ਪੈਰਿਸ ਦੇ ਵਿੱਚ ਜਾਂ ਦੁਬਈ ਦੇ ਵਿੱਚ? ਵਾਸ਼ਿੰਗਟਨ ਡੀਸੀ ਦੇ ਵਿੱਚ, US ਦੇ ਵਿੱਚ ਸਥਿਤ ਆ ਇਹ ਆਪਣਾ, ਠੀਕ ਆ ਜੀ। ਇਹ ਦਾ ਸਹੀ ਆਨਸਰ ਬਣਦਾ ਪਿਆ ਵਾ। 1975 ਦੇ ਵਿੱਚ ਮਾਈਕਰੋਸਾਫਟ ਦੀ ਸਥਾਪਨਾ ਹੋਈ ਸੀ। ਕਿਹਨੇ ਕੀਤੀ ਸੀ ਇਹਦਾ ਤੁਸੀਂ ਆਨਸਰ ਕਮੈਂਟ ਬਾਕਸ ਦੇ ਵਿੱਚ ਦੇਣਾ। ਹੁਣ ਜੀ ਅਰਜੁਨ ਅਵਾਰਡ ਵਿੱਚ ਸ਼ਾਨਦਾਰ ਪ੍ਰਾਪਤੀ ਲਈ ਪੇਸ਼ ਕੀਤੇ ਗਏ ਅਰਜੁਨ ਅਵਾਰਡ ਕਿਹਦੇ ਵਿੱਚ ਦਿੱਤਾ ਜਾਂਦਾ? ਆਰਟ ਐਂਡ ਲਿਟਰੇਚਰ, ਸਾਇੰਸ ਐਂਡ ਟੈਕਨੋਲੋਜੀ, ਸਪੋਰਟਸ ਜਾਂ ਡਿਫੈਂਸ? ਇਹ ਵੀ ਮੈਂ ਤੁਹਾਨੂੰ ਕਰਵਾ ਚੁੱਕਿਆ। ਬਹੁਤ ਸੌਖਾ ਕੁਐਸਚਨ ਬਣਦਾ ਜੀ ਸਪੋਰਟਸ। ਅਰਜੁਨ ਅਵਾਰਡ ਦੀ ਲਿਸਟ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੋਈ ਆ, ਉਹ ਜ਼ਰੂਰ ਕਰ ਲਿਓ, ਠੀਕ ਆ ਜੀ। ਆਪਣੀ ਟੈਲੀਗ੍ਰਾਮ ਦੇ ਉੱਤੇ ਮੈਂ ਸੈਂਡ ਕੀਤੀ ਹੋਈ ਆ। ਪੇਪਰ ਦੇ ਵਿੱਚ ਕੁਐਸਚਨ ਪੁੱਛਿਆ ਜਾ ਸਕਦਾ ਅਰਜੁਨ ਅਵਾਰਡ ਤੇ। ਚੌਧਰੀ ਚਰਨ ਸਿੰਘ ਇੰਟਰਨੈਸ਼ਨਲ 에ਅਰਪੋਰਟ ਇਜ਼ ਲੋਕੇਟਡ ਇਨ ਵਿਚ ਸਿਟੀ? ਚੌਧਰੀ ਚਰਨ ਸਿੰਘ ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ, ਇਹ 5ਵੇਂ ਪ੍ਰਾਈਮ ਮਿਨਿਸਟਰ ਸੀਗੇ ਜੀ ਆਪਣੇ, ਠੀਕ ਹੈ ਜੀ। 5ਵੇਂ ਪ੍ਰਾਈਮ ਮਿਨਿਸਟਰ ਸੀਗੇ ਚੌਧਰੀ ਚਰਨ ਸਿੰਘ। 1979 ਪਤਾ ਨਹੀਂ 80 ਦੇ ਵਿੱਚ ਇਹ ਪ੍ਰਾਈਮ ਮਿਨਿਸਟਰ ਬਣੇ ਸੀਗੇ। ਤਾਂ ਇਹਨਾਂ ਦਾ ਜਨਮ ਕਦੋਂ ਹੋਇਆ ਸੀ ਜੀ? 23 ਦਸੰਬਰ 1902 ਨੂੰ ਹੋਇਆ ਸੀ। ਤਾਂ 23 ਦਸੰਬਰ ਨੂੰ ਆਪਾਂ ਕਿਸਾਨ ਦਿਵਸ ਮਨਾਉਂਦੇ ਹਾਂ, ਨੈਸ਼ਨਲ ਫਾਰਮਰਸ ਡੇ। ਕਿਸਾਨ ਦਿਵਸ 23 ਦਸੰਬਰ ਨੂੰ ਮਨਾਇਆ ਜਾਂਦਾ। ਆਪਣਾ ਪੰਜਾਬ ਕੋਆਪਰੇਟਿਵ ਕਲਰਕ ਪੇਪਰ ਦੇ ਵਿੱਚ ਇਹ ਕੁਐਸਚਨ ਪੁੱਛ ਲਿਆ ਸੀ ਕਿ 23 ਦਸੰਬਰ ਨੂੰ ਕਿਹਦੇ ਜਨਮ ਦਿਵਸ ਦੇ ਉੱਤੇ ਆਪਾਂ ਕਿਸਾਨ ਦਿਵਸ ਮਨਾਉਂਦੇ ਹਾਂ, ਠੀਕ ਆ ਜੀ। ਸੋ ਇਹ ਆਪਣੇ ਚੌਧਰੀ ਚਰਨ ਸਿੰਘ ਨੇ, ਠੀਕ ਆ। ਬਹੁਤ ਬਹੁਤ ਮਹੱਤਵਪੂਰਨ ਯੋਗਦਾਨ ਆ ਇਹਨਾਂ ਦਾ, ਠੀਕ ਹੈ ਜੀ। ਸੋ ਇਹਦਾ ਆਨਸਰ ਆਪਣਾ ਬਣਦਾ, ਆਨਸਰ ਨਹੀਂ ਤੁਹਾਨੂੰ ਦੱਸਿਆ, ਇਹ ਹੈਗਾ ਜੀ ਆਪਣਾ ਇੰਟਰਨੈਸ਼ਨਲ, ਇਹ ਲਖਨਊ 'ਚ ਆ ਜੀ, ਠੀਕ ਹੈ। ਚੌਧਰੀ ਚਰਨ ਸਿੰਘ ਇੰਟਰਨੈਸ਼ਨਲ 에ਅਰਪੋਰਟ ਕਿੱਥੇ ਸਥਿਤ ਆ? ਲਖਨਊ। ਹੁਣ ਨੈਕਸਟ ਕੁਐਸਚਨ ਸਾਡਾ ਆ ਰਿਹਾ ਵਾ ਜੀ ਆਪਣਾ ਕਿ ਵਿਸ਼ਵ ਕੈਂਸਰ ਦਿਵਸ ਕਦੋਂ ਮਤਲਬ ਅਬਜ਼ਰਵ ਕੀਤਾ ਜਾਂਦਾ ਵਾ, ਠੀਕ ਆ ਜੀ। ਸੋ ਕੈਂਸਰ ਅਵੇਅਰਨੈਸ ਲਈ 11 ਜਨਵਰੀ, 24 ਮਾਰਚ, 24 ਜਨਵਰੀ ਜਾਂ 4 ਫਰਵਰੀ? ਤੋ ਇਹਦਾ ਸਿੱਧਾ ਆਨਸਰ ਬਣਦਾ ਜੀ 4 ਫਰਵਰੀ ਨੂੰ ਵਰਲਡ ਕੈਂਸਰ ਡੇ ਅਬਜ਼ਰਵ ਕੀਤਾ ਜਾਂਦਾ ਵਾ। ਡੇਜ਼ ਦੇ ਉੱਤੇ ਵੀ ਮੈਂ ਆਪਾਂ ਤੁਹਾਨੂੰ ਵੀਡੀਓਜ਼ ਦਿੱਤੀ ਹੋਈ ਆ, PDF ਵੀ ਦਿੱਤੀ ਹੋਈ, ਯਾਦ ਕਰ ਦਿਓ ਜੀ। ਇਹਨਾਂ 'ਚੋਂ ਕਿਹੜਾ ਨੈਸ਼ਨਲ ਪਾਰਕ ਆ ਜਿਹੜਾ ਕਿ ਰਾਜਸਥਾਨ ਦੇ ਵਿੱਚ ਲੋਕੇਟਡ ਆ? ਸਰਿਸਕਾ ਹੋ ਗਿਆ, ਕਾन्हा ਹੋ ਗਿਆ, ਪੈਂਚ ਹੋ ਗਿਆ, ਪन्ना ਹੋ ਗਿਆ। ਦੇਖੋ ਜੀ ਆਹ ਤਾਂ ਤਿੰਨੇ ਮੱਧ ਪ੍ਰਦੇਸ਼ ਦੇ ਵਿੱਚ ਆ। ਕੰਚਾ ਵੀ ਮੱਧ ਪ੍ਰਦੇਸ਼ 'ਚ ਆ, ਪੈਂਚ ਵੀ ਮੱਧ ਪ੍ਰਦੇਸ਼ 'ਚ ਆ, पन्ना ਵੀ ਮੱਧ ਪ੍ਰਦੇਸ਼ ਦੇ ਵਿੱਚ ਆ। ਸੋ ਸਰਿਸਕਾ ਬਚਿਆ, ਸਰਿਸਕਾ ਹੈਗਾ ਜੀ ਰਾਜਸਥਾਨ ਦੇ ਵਿੱਚ ਲੋਕੇਟਡ। ਹਾਂਜੀ ਆਖਰੀ ਕੁਐਸਚਨ ਕਰਨ ਲੱਗਿਆ ਜੀ, ਪੰਜਾਬੀ ਨੂੰ ਕਦੋਂ ਲਾਜ਼ਮੀ ਬਣਾਇਆ ਗਿਆ? ਵੈਨ ਵਾਜ਼ ਦਾ ਯੂਜ਼ ਆਫ ਪੰਜਾਬੀ ਮੇਡ ਕੰਪਲਸਰੀ? 1966, 1967, 1991 ਤੇ 1992। ਦੇਖੋ ਜੀ ਇਹਦੇ ਵਿੱਚ ਥੋੜਾ ਜਿਹਾ ਇਹ PCS ਦੇ ਵਿੱਚ ਪੇਪਰ ਪੁੱਛਿਆ, ਆਪਣੇ ਪੰਜਾਬ PCS ਦੇ ਵਿੱਚ ਇੱਕ ਵਾਰ ਕੁਐਸਚਨ ਆ ਚੁੱਕਿਆ, ਇੱਕ ਵਾਰ ਇਹ ਕੁਐਸਚਨ ਮਾਰਕਫੈਡ ਦੇ ਕਿਸੇ ਪੇਪਰ ਦੇ ਵਿੱਚ ਵੀ ਆਇਆ ਹੋਇਆ ਵਾ, ਠੀਕ ਆ। ਸੋ ਇਹਦੇ ਵਿੱਚ ਕਨਫਿਊਜ਼ ਨਾ ਹੋਇਓ, ਮੈਂ ਤੁਹਾਨੂੰ ਦੱਸਦਾ ਵਾਂ। ਜੇਕਰ ਲਾਜ਼ਮੀ ਪੁੱਛਿਆ ਜਾਵੇ ਕਿ ਕੰਪਲਸਰੀ ਕਦੋਂ ਹੋਇਆ ਤਾਂ 1992, ਠੀਕ ਆ। 1992 ਦੇ ਵਿੱਚ ਪੰਜਾਬ ਦਾ ਯੂਜ਼ ਜਿਹੜਾ ਮੇਡ ਕੰਪਲਸਰੀ ਲਾਜ਼ਮੀ ਬਣਾਤਾ ਸੀ। ਜੇਕਰ ਪੁੱਛਿਆ ਜਾਵੇ ਕਿ ਹਾਂਜੀ ਭਾਸ਼ਾ ਦੇ ਆਧਾਰ ਤੇ ਗਠਨ ਕਦੋਂ ਹੋਇਆ ਸੀਗਾ ਆਪਣਾ ਜਿੱਦਾਂ ਕਿ, ਠੀਕ ਆ, ਤਾਂ 1966 ਦੇ ਵਿੱਚ ਹੋਇਆ ਸੀ। ਜੇਕਰ ਐਕਟ ਪੁੱਛ ਲੈਣ ਕਿ ਕਿਹੜਾ ਐਕਟ ਆ ਜਿਹੜਾ ਕਿ ਆਪਣਾ ਇਹ ਅਫੀਸ਼ੀਅਲ ਲੈਂਗੁਏਜ ਐਕਟ ਪੁੱਛ ਲੈਣ ਕਿ ਜਿਹੜਾ ਪੰਜਾਬੀ ਦਾ ਜਿਹੜਾ ਅਫੀਸ਼ੀਅਲ ਲੈਂਗੁਏਜ ਐਕਟ ਆ ਪੰਜਾਬ ਦਾ, ਉਹ ਕਿਹੜਾ ਐਕਟ ਆ, ਕਿਹੜੇ ਸਾਲ ਦੇ ਵਿੱਚ ਹੋਇਆ ਸੀ? 1967 ਯਾਦ ਕਰ ਲਿਓ, ਠੀਕ ਆ। ਸੋ ਅਫੀਸ਼ੀਅਲ ਲੈਂਗੁਏਜ ਐਕਟ 1967 ਦੇ ਵਿੱਚ ਇਨੈਕਟ ਹੋਇਆ ਸੀ। ਇਹ ਚੀਜ਼ਾਂ ਨੇ, ਇਹ ਚੀਜ਼ਾਂ ਤੁਹਾਨੂੰ ਇੱਕ ਵਾਰੀ ਮਤਲਬ ਕਿ ਥੋੜਾ ਜਿਵੇਂ ਜਿਵੇਂ ਤੁਸੀਂ ਕਰੀ ਜਾਓਗੇ ਉਵੇਂ ਤੁਹਾਨੂੰ ਯਾਦ ਹੋਈ ਜਾਣਗੇ, ਠੀਕ ਆ। ਤਾਂ ਜੀ ਇਹ ਸੀਗਾ ਜੀ ਆਪਣੇ ਅੱਜ ਦੇ ਕੁਐਸਚਨ, ਠੀਕ ਹੈ ਜੀ। ਹੁਣ ਆਪਾਂ ਕਰ ਲਏ ਹੋਏ ਆ ਇਹ ਕੁਐਸਚਨ। ਤਾਂ 30 ਕੁਐਸਚਨ ਤੁਸੀਂ ਕਿਹਾ ਸੀ, ਆਪਾਂ 30 ਤੁਹਾਨੂੰ ਕਰਾਤੇ। ਨਾਲ ਆਪਾਂ ਤੁਹਾਨੂੰ ਬਹੁਤ ਸਪੀਡ ਦੇ ਨਾਲ ਕੁਐਸਚਨ ਕਰਾਉਣ ਦੀ ਕੋਸ਼ਿਸ਼ ਕੀਤੀ ਆ। ਜਿਹੜੇ ਕੁਐਸਚਨ ਐਕਸਪਲੇਨ ਕਰਨ ਵਾਲੇ ਸੀ ਆਪਾਂ ਐਕਸਪਲੇਨ ਕਰਦੇ, ਇਹਨਾਂ ਚੋਂ ਕੁਝ ਤੁਸੀਂ ਨੋਟ ਕਰ ਸਕਦੇ ਹੋ। ਤਾਂ ਅਗਲੀ ਕਲਾਸ ਆਪਣੀ ਹੋਏਗੀ ਜੀ ਹੁਣ ਸੋਮਵਾਰ। ਕੱਲ੍ਹ ਨੂੰ ਮੈਂ ਕੋਸ਼ਿਸ਼ ਕਰੂੰਗਾ ਕਿ ਇਹਨੂੰ ਤਿਆਰ ਕਰ ਦੂੰਗਾ, ਕਿਉਂਕਿ ਹੁਣ ਬਹੁਤ ਦਿਨ ਹੋ ਗਏ ਲਗਾਤਾਰ ਮਤਲਬ ਕਿ ਟਾਈਮ ਨਹੀਂ ਹੋ ਰਿਹਾ, ਤਾਂ ਰੈਸਟ ਨਹੀਂ ਹੋ ਰਹੀਗੀ। ਸੋ ਇੱਕ ਦਿਨ ਥੋੜ੍ਹੀ ਜਿਹੀ ਆਪਾਂ ਰੈਸਟ ਕਰਾਂਗੇ, ਤਾਂ ਆਪਾਂ ਸੋਮਵਾਰ ਤੋਂ ਦੁਬਾਰਾ ਫੇਰ ਤੋਂ ਆਪਣੀ ਇਹ ਸੀਰੀਜ਼ਾਂ ਚੱਲਦੀਆਂ ਰਹਿਣਗੀਆਂ। ਤਾਂ ਜੀ ਹੁਣ 71 ਤੋਂ 90 ਤੱਕ ਕਰ ਲਾਂਗੇ, ਚਾਹੇ 100 ਤੱਕ ਹੁੰਦਾ ਹੋਇਆ 100 ਤੱਕ, ਕਿਉਂਕਿ ਪੋਲਿਟੀ ਦੇ ਵਿੱਚ ਨਾ ਥੋੜ੍ਹੇ ਜਿਹੇ ਮੈਂ ਕੁਐਸਚਨ ਕੋਸ਼ਿਸ਼ ਕਰੂੰਗਾ ਕਿ ਸਟੇਟਮੈਂਟ ਬੇਸ ਲੈ ਕੇ ਆਵਾਂ। ਜੇਕਰ ਇਹਦੇ ਵਿੱਚ ਸਟੇਟਮੈਂਟ ਬੇਸ ਮੈਂ ਤੁਹਾਡੇ ਲਈ 20 MCQ ਕਰਵਾਤੇ ਤਾਂ ਤੁਹਾਡੇ 100 MCQ ਤਾਂ ਸਿੱਧੇ ਕਵਰ ਹੋ ਜਾਣੇ ਆ। ਸੋ ਠੀਕ ਆ ਜੀ। ਸੋ ਇਸ ਤਰ੍ਹਾਂ ਹੁੰਦਾ ਕਿ ਇੱਕ ਆਪਾਂ 20 ਦੀ ਸੀਰੀਜ਼ ਚਾਹੇ 20 ਜਾਂ 30 ਦੀ, ਪਰ ਆਪਾਂ ਕੁਐਸਚਨ ਤੁਹਾਨੂੰ ਮੈਂ ਕਿਹਾ ਕਿ 70 80 90 100
ਤੁਹਾਡੇ ਕਵਰ ਕਰਾ ਕੇ ਜਾਵਾਂਗੇ ਘੱਟ ਟਾਈਮ ਦੇ ਵਿੱਚ। ਸੋ ਠੀਕ ਆ ਜੀ, ਥੈਂਕ ਯੂ ਵੈਰੀ ਮੱਚ। ਤਾਂ ਧੰਨਵਾਦ ਸਾਰਿਆਂ ਦਾ, ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪਿਆਰ ਦੇ ਰਹੇ ਹੋ ਆਪਣੀ ਇਸ ਸੀਰੀਜ਼ ਨੂੰ। ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇਕਰ ਨਹੀਂ ਦੇਖਿਆ ਤਾਂ। ਇਹ ਆਪਣੀ ਜੋ ਸੀਰੀਜ਼ ਚੱਲ ਰਹੀ ਹੈ ਇਹਨੂੰ ਸ਼ੇਅਰ ਜ਼ਰੂਰ ਕਰੋ, ਠੀਕ ਹੈ ਜੀ। ਇੱਕ ਥਿਊਰੀ ਦੀਆਂ ਕਲਾਸਾਂ ਜ਼ਰੂਰ ਦੇਖ ਲਿਆ ਕਰੋ। ਮੈਂ ਬਾਰ-ਬਾਰ ਕਹਿ ਰਿਹਾ ਕਿ ਇਹ ਇਕੱਲੇ MCQ ਨਾਲ ਕੋਈ ਫਰਕ ਨਹੀਂ ਪੈਣਾ। ਇਕੱਲੇ MCQ ਜਸਟ ਤੁਹਾਡੀ ਰਿਵੀਜ਼ਨ ਲਈ ਆ, ਜਾਂ ਜਿਹੜੀ ਚੀਜ਼ ਆਪਾਂ ਕਈ ਵਾਰ ਥਿਊਰੀ 'ਚ ਨਹੀਂ ਕਵਰ ਹੁੰਦੀ ਉਹ ਕਵਰ ਹੋ ਜਾਂਦੀ ਹੁੰਦੀ ਆ। ਸੋ ਠੀਕ ਹੈ ਜੀ, ਧੰਨਵਾਦ ਜੀ। ਮਿਲਦੇ ਹਾਂ ਆਪਾਂ ਆਪਣੀ ਅਗਲੀ ਕਲਾਸ ਦੇ ਵਿੱਚ।